ਕਹਿੰਦੇ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਭਗ। LDD TV ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਚਾਹੀਦਾ ਤੇ ਇਹ ਹੈ ਕਿ ਅਸੀਂ ਜਿਸ ਗੁਰੂ ਸਾਹਿਬ ਦੀ, ਜਿਸ ਸ਼ਹੀਦ ਦੀ, ਜਿਸ ਸ਼ਖਸੀਅਤ ਦੀ ਸ਼ਤਾਬਦੀ ਮਨਾ ਰਹੇ ਹਾਂ, ਉਹਦੇ ਜੀਵਨ ਤੋਂ ਸੇਧ ਲਈਏ। ਕਿਹਾ ਕਿ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹ ਸੰਗਤ ਦੇ ਵਿੱਚ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਸਵਾਲ ਪੁੱਛਦੇ ਸੀ ਜੀ ਬਿਲਕੁਲ, ਕਿ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਦੀ ਧਰਤੀ ਦੇ ਨਾਲ ਕੀ ਸੰਬੰਧ ਹੈ। ਤੇ ਮੈਂ ਦੇਖਦਾ ਪਿਆ ਸੀ ਵੀ ਕੋਈ ਵੀ ਉਹਦਾ ਜਵਾਬ ਜਿਹੜਾ ਉਹ ਨਹੀਂ ਸੀ ਪ੍ਰੋਪਰ ਦੇ ਰਿਹਾ, ਕਿਸੇ ਨੂੰ ਪਤਾ ਨਹੀਂ ਸੀ। ਔਰ 1634 ਦੇ ਵਿੱਚ ਸ਼ਾਦੀ ਹੋਈ ਹੋਵੇ ਤੇ ਘਰ ਦੇ ਵਿੱਚ ਪੁੱਤਰ ਦਾ ਜਨਮ ਜਿਹੜਾ 32 ਸਾਲ ਬਾਅਦ, ਅੱਜ ਦੇ ਵੀ ਆਪਾਂ ਹਾਲਾਤ ਵੇਖੀਏ ਤੇ ਕਿਵੇਂ ਦੀਆਂ ਇਹ ਗੱਲਾਂ ਹੁੰਦੀਆਂ। ਠੀਕ ਆ, ਆਪਾਂ ਵੱਡਿਆਂ ਵਾਸਤੇ ਬਾਬਾ ਸ਼ਬਦ ਜਿਹੜਾ ਉਹ ਵਰਤਦੇ ਆ ਜੀ, ਪਰ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੇ ਬੜਾ ਮਾਹੌਲ ਜਿਹੜਾ ਚੇਂਜ ਹੋ ਗਿਆ। ਆਂਟੀਆਂ ਅੰਕਲਾਂ ਦਾ ਸਮਾਂ ਆ ਗਿਆ, ਦਾਦੇ ਨੂੰ ਦਾਦੂ ਕਹਿਣਾ ਸ਼ੁਰੂ ਕਰ ਦਿੱਤਾ। ਅਸੀਂ ਵੀ ਆਪਣੇ ਦਾਦੇ ਨੂੰ ਬਾਬਾ ਕਹਿੰਦੇ ਹੁੰਦੇ ਜੀ, ਬਿਲਕੁਲ ਜੀ, ਦਾਦੇ ਨੂੰ ਬਾਬਾ ਕਿਹਾ ਜਾਂਦਾ ਸੀ। ਬਾਬਾ ਬੱਸੇ ਬਕਾਲੇ ਇਹ ਇੱਕ ਇਸ਼ਾਰਾ ਸੀ, ਦਾਦੇ ਵੱਲ ਇਸ਼ਾਰਾ ਸੀ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਉਹਨਾਂ ਨੇ ਕਿਹੜੀ ਰਚਨਾ ਜਿਹੜੀ ਬਾਣੀ ਦੀ ਕੀਤੀ ਆ ਤੇ ਕਿਹੜੇ ਸ਼ਬਦ ਲਿਖੇ ਨੇ। ਹੁਣ ਕੱਲਾ ਪੀਰੀ ਵਾਲਾ ਜਿਹੜਾ ਸਿਲਸਿਲਾ ਚੱਲਦਾ ਪਿਆ ਉਹਦੇ ਨਾਲ ਗੱਲ ਨਹੀਂ ਬਣੇਗੀ। ਉਹਦੇ ਨਾਲ ਮੀਰੀ, ਉਹਦੇ ਨਾਲ ਉਹ ਦਿੱਲੀ ਦੇ ਬਰਾਬਰ ਦਾ ਤਖਤ, ਉਹ ਜ਼ਰੂਰੀ ਹੈ। ਲਫ਼ਜ਼ਾਂ ਦੀ ਦੁਨੀਆ ਭਾਵ LDD TV ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਜਸਵੀਰ ਸਿੰਘ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਅਜ਼ੀਮ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗਾ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਸਾਡਾ, ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਕਿ ਕਿਉਂਕਿ 400 ਸਾਲਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਦਾ ਆ ਰਿਹਾ, ਤੇ ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਰਚਨਾ ਬਾਰੇ, ਉਹਨਾਂ ਦੇ ਜੀਵਨ ਕਾਲ ਦੇ ਸਮੇਂ ਦੌਰਾਨ ਦੀਆਂ ਘਟਨਾਵਾਂ ਬਾਰੇ ਵੀ ਜ਼ਿਕਰ ਕਰਾਂਗੇ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਬਾਰੇ ਵੀ ਚਰਚਾ ਹੋਵੇਗੀ। ਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਪ੍ਰੋਫੈਸਰ ਦਲਵੀਰ ਸਿੰਘ ਰਿਆੜ ਜੀ, ਜਿਨ੍ਹਾਂ ਦੀ ਸ਼ਖਸੀਅਤ ਬਾਰੇ ਬਹੁਤ ਸਾਰੇ ਲੋਕ ਜਾਣਦੇ ਨੇ। ਉਹ ਹਰ ਮਹੀਨੇ ਜਿਹੜਾ ਗੁਰਮਤ ਇਨਾਮੀ ਪ੍ਰਤੀਯੋਗਤਾ ਵੀ ਕਰਵਾ ਰਹੇ ਨੇ। ਪੰਜਾਬੀ ਲਿਖਾਰੀ ਸਭਾ ਜਲੰਧਰ ਆ, ਉਹਦੇ ਇਸ ਵਕਤ ਮੁੱਖ ਸੰਚਾਲਕ ਵੀ ਨੇ। ਤੇ ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਚਰਚਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਪਹਿਲਾਂ ਤਾਂ ਤੁਸੀਂ, ਕਿਉਂਕਿ ਦਰਸ਼ਕ ਕਾਫੀ ਜਾਣਦੇ ਵੀ ਹੋਣਗੇ ਤੁਹਾਡੇ ਬਾਰੇ, ਪਰ ਫਿਰ ਵੀ ਇਹ ਇੱਛਾ ਆ ਕਿ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਮੈਂ ਪ੍ਰੋਫੈਸਰ ਦਲਵੀਰ ਸਿੰਘ ਰਿਆੜ ਜੀ, ਜਲੰਧਰ ਤੋਂ ਹਾਂ ਔਰ ਸਿੱਖਿਆ ਵਿਭਾਗ ਦੇ ਵਿੱਚੋਂ ਮੈਂ ਬਤੌਰ ਲੈਕਚਰਰ ਮੈਥਮੈਟਿਕਸ ਰਿਟਾਇਰ ਹੋਇਆ ਜੀ। ਜਿਵੇਂ ਮੇਰਾ ਇਹ ਸ਼ੁਰੂ ਤੋਂ ਸ਼ੌਕ ਰਿਹਾ ਗੁਰਮਤ ਬਾਰੇ ਜਾਣਨਾ, ਸਿੱਖ ਇਤਿਹਾਸ ਬਾਰੇ ਜਾਣਨਾ, ਕਵਿਤਾ ਪੜ੍ਹਨਾ, ਕਵਿਤਾ ਲਿਖਣਾ, ਕਵਿਤਾ ਸੁਣਨਾ, ਇਹ ਮੇਰੇ ਸ਼ੌਕ ਰਹੇ ਨੇ ਜੀ। ਹੁਣ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਇੱਦਾਂ ਦੀਆਂ ਐਕਟੀਵਿਟੀ ਜਿਹੜੀਆਂ ਗੁਰਮਤ ਦੇ ਨਾਲ ਸੰਬੰਧਿਤ ਨੇ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਜੀ, ਗੁਰਮਤ ਇਨਾਮੀ ਪ੍ਰਤੀਯੋਗਤਾ, ਜਿਹੜੀ ਅਸੀਂ ਲੋਕਡਾਊਨ ਸ਼ੁਰੂ ਹੋਣ ਦੇ ਨਾਲ ਹੀ ਸ਼ੁਰੂ ਕੀਤੀ ਸੀ ਜੀ, ਔਰ ਉਹ ਹੁਣ ਤੱਕ ਵੀਕਲੀ ਅਸੀਂ ਕੁਐਸਚਨ ਭੇਜਦੇ ਹਾਂ ਔਰ ਦੂਰ ਦੂਰ ਤੋਂ ਲੋਕ ਜਿਹੜੇ ਆ ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ। ਜਲੰਧਰ ਸ਼ਹਿਰ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ 'ਚ ਗੁਰਮਤ ਕਲਾਸਾਂ ਵੀ ਅਸੀਂ ਲੈਂਦੇ ਸੀ, ਜਿਹੜੀਆਂ ਅੱਜ ਕੱਲ੍ਹ ਲੋਕਡਾਊਨ ਕਰਕੇ ਬੰਦ ਨੇ ਜੀ। ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਮੈਂ ਭਾਗ ਜਿਹੜਾ ਉਹ ਲੈਂਦਾ ਰਹਿਣਾ, ਬੱਚਿਆਂ ਨੂੰ ਪ੍ਰੇਰਿਤ ਕਰਦਾ ਰਹਿਣਾ ਇਸ ਵਕਤ। ਬਹੁਤ ਖੂਬ ਜੀ। ਆਪਾਂ ਅੱਜ ਅਸੀਂ ਜਿਹੜੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਨੀ ਆ ਉਹਦੇ ਵੱਲ ਵੱਧਦੇ ਹਾਂ। ਤੁਸੀਂ ਵੇਖਿਆ ਹੋਵੇਗਾ, ਤੁਸੀਂ ਪੜ੍ਹਿਆ ਵੀ ਆ, ਤੁਸੀਂ ਇਸ ਬਾਰੇ ਲਿਖਦੇ ਵੀ ਰਹਿੰਦੇ ਹੋ। ਮੇਰੀ ਇਹ ਪਹਿਲਾ ਜਾਣੀ ਕਿ ਪ੍ਰਸ਼ਨ ਆ, ਮੈਂ ਜਾਣਨਾ ਚਾਹੁੰਦਾ ਹਾਂ ਕਿ 1969 ਤੋਂ ਲੈ ਕੇ ਅਸੀਂ ਬਹੁਤ ਸਾਰੀਆਂ ਸ਼ਤਾਬਦੀਆਂ, ਕਈ ਅਰਧ ਸ਼ਤਾਬਦੀਆਂ ਮਨਾ ਚੁੱਕੇ ਹਾਂ। ਹੁਣ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ 400 ਸਾਲਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਸ ਪ੍ਰਕਾਸ਼ ਪੁਰਬ ਸੰਬੰਧੀ ਤੁਹਾਡਾ ਕੀ ਨਜ਼ਰੀਆ ਆ? ਜਸਵੀਰ ਜੀ, ਇਸ ਤਰ੍ਹਾਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ
ਅਸੀਂ ਜਿਹੜੀ ਸ਼ਤਾਬਦੀ 1969 ਦੇ ਵਿੱਚ ਮਨਾਈ ਸੀ ਜੀ 500 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ, ਹਾਂਜੀ ਉਸ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਸ਼ਤਾਬਦੀਆਂ ਜਿਹੜੀਆਂ ਉਹ ਮਨਾਈਆਂ। ਜੀ ਜਿਹੜੀਆਂ ਸਾਡੀ ਹੋਸ਼ ਦੇ ਵਿੱਚ ਸ਼ਤਾਬਦੀਆਂ ਮਨਾਈਆਂ ਗਈਆਂ ਨੇ, 1969 ਵਾਲੀ ਸ਼ਤਾਬਦੀ ਦੇ ਵਿੱਚ ਫਿਰ ਵੀ ਕੁਝ ਵੇਖਣ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਜੀ ਬਿਲਕੁਲ। ਉੱਥੋਂ ਸਿੱਖਿਆ ਦਾ ਬਹੁਤ ਵੱਡਾ ਪ੍ਰਸਾਰ ਜਿਹੜਾ ਉਹ ਹੋ ਰਿਹਾ, ਇੱਕ ਵਧੀਆ ਮੀਲ ਪੱਥਰ ਕਾਇਮ ਕੀਤਾ ਸ਼ਤਾਬਦੀ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਦੇ ਵਿੱਚ। ਜੀ ਪਰ ਬਹੁਤ ਵਾਰ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਜਾਂਦੀਆਂ, ਖਰਚ ਬਹੁਤ ਜ਼ਿਆਦਾ ਕਰ ਦਿੱਤੇ ਜਾਂਦੇ ਜੇ, ਨਗਰ ਕੀਰਤਨਾਂ ਦੇ ਉੱਤੇ ਜ਼ਿਆਦਾ ਜ਼ੋਰ, ਲੰਗਰਾਂ ਦੇ ਉੱਪਰ ਜ਼ਿਆਦਾ ਜ਼ੋਰ, ਜਾਂ ਹੋਰ ਉਹ ਕੰਮ ਜਿਨ੍ਹਾਂ ਦਾ ਸੰਗਤ ਨੂੰ ਬਹੁਤ ਜ਼ਿਆਦਾ ਕੋਈ ਲਾਭ ਨਹੀਂ ਹੁੰਦਾ, ਉਹ ਕੀਤੇ ਜਾਂਦੇ ਆ। ਜੀ ਮੈਂ ਜੇ ਇਹ ਕਹਾਂ ਕਿ ਬਹੁਤ ਸਾਰੀਆਂ ਸ਼ਤਾਬਦੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਸ਼ਾਇਦ ਅਸੀਂ ਮਨਾਈਆਂ ਦੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ, ਪਰ ਸਾਨੂੰ ਅੱਜ ਯਾਦ ਵੀ ਨਹੀਂ ਹੋਵੇਗਾ ਕਿ ਕਿਹੜੀਆਂ ਕਿਹੜੀਆਂ ਅਸੀਂ ਮਨਾਈਆਂ ਨੇ। ਅਸੀਂ ਆਪਣੀ ਗੁਰਮਤਿ ਇਨਾਮੀ ਪ੍ਰਤੀਯੋਗਤਾ ਦੇ ਵਿੱਚ ਵੀ ਇਹ ਸਵਾਲ ਜਿਹੜਾ ਇਹ ਬੱਚਿਆਂ ਨੂੰ ਭੇਜਿਆ ਸੀ, ਪਰ ਬਹੁਤ ਘੱਟ ਲੋਕਾਂ ਨੇ ਇਹ ਦੱਸਿਆ ਕਿ ਅਸੀਂ ਕਿਹੜੀਆਂ ਕਿਹੜੀਆਂ ਸ਼ਤਾਬਦੀਆਂ ਜਿਹੜੀਆਂ ਉਹ ਮਨਾਈਆਂ ਨੇ। ਚਾਹੀਦਾ ਤੇ ਇਹ ਹੈ ਕਿ ਅਸੀਂ ਜਿਸ ਗੁਰੂ ਸਾਹਿਬ ਦੀ, ਜਿਸ ਸ਼ਹੀਦ ਦੀ, ਜਿਸ ਸ਼ਖਸੀਅਤ ਦੀ ਸ਼ਤਾਬਦੀ ਮਨਾ ਰਹੇ ਹਾਂ, ਉਹਦੇ ਜੀਵਨ ਤੋਂ ਸੇਧ ਲਈਏ, ਬੱਚਿਆਂ ਦੇ ਵਿੱਚ ਪ੍ਰਚਾਰ ਕਰੀਏ ਇਸ ਗੱਲ ਦਾ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸਿੱਖੀ ਦੇ ਨਾਲ ਜੁੜੇ, ਗੁਰਮਤਿ ਦੇ ਨਾਲ ਜੁੜੇ, ਗੁਰਬਾਣੀ ਨਾਲ ਉਹਨਾਂ ਦਾ ਪਿਆਰ ਜਿਹੜਾ ਉਹ ਵਧੇ ਜੀ, ਤੇ ਆਪਣੇ ਜੀਵਨ ਨੂੰ ਵਧੀਆ ਢੰਗ ਦੇ ਨਾਲ ਗੁਜ਼ਾਰ ਸਕਣ। ਕਿਉਂਕਿ ਗੁਰਬਾਣੀ, ਸਿੱਖ ਇਤਿਹਾਸ ਸਾਰਾ ਸਾਨੂੰ ਜੀਵਨ ਯੁਗਤਾਂ ਹੀ ਦੱਸਦਾ, ਜੀਵਨ ਸੇਧਾਂ ਹੀ ਦਿੰਦਾ। ਜੀ ਬਿਲਕੁਲ ਜੀ। ਤੇ ਹੁਣ ਫਿਰ ਜਿਹੜੀ ਅਸੀਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ, ਜੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ। ਪਿਛਲੀ ਵਾਰ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ 550 ਸਾਲਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ, ਤੇ ਮੈਂ ਵੀ ਇਹ ਅੱਖੀਂ ਵੇਖਿਆ ਕਿ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹ ਸੰਗਤ ਦੇ ਵਿੱਚ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਸਵਾਲ ਪੁੱਛਦੇ ਸੀ ਜੀ ਬਿਲਕੁਲ ਕਿ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਦੀ ਧਰਤੀ ਦੇ ਨਾਲ ਕੀ ਸੰਬੰਧ ਹੈ। ਤੇ ਮੈਂ ਦੇਖਦਾ ਪਿਆ ਸੀ ਵੀ ਕੋਈ ਵੀ ਉਹਦਾ ਜਵਾਬ ਜਿਹੜਾ ਉਹ ਨਹੀਂ ਸੀ ਪ੍ਰੋਪਰ ਦੇ ਰਿਹਾ, ਕਿਸੇ ਨੂੰ ਪਤਾ ਨਹੀਂ ਸੀਗਾ ਇਸ ਦਾ। ਜੀ ਜੇ ਅਸੀਂ ਮੈਸੇਜ ਹੀ ਨਹੀਂ ਪਹੁੰਚਾ ਸਕਦੇ, ਅਸੀਂ ਏਦਾਂ ਦੇ ਕੋਈ ਪ੍ਰੋਗਰਾਮ ਨਹੀਂ ਉਲੀਕਦੇ ਕਿ ਉਸ ਸ਼ਖਸੀਅਤ ਦਾ ਜੀਵਨ ਤੋਂ ਜਿਹੜੀਆਂ ਸੇਧਾਂ ਨੇ, ਜਿਹੜੀ ਕੋਈ ਜੁਗਤੀ ਉਹਨਾਂ ਦੇ ਜੀਵਨ ਦੀ ਆ, ਜਿਹੜੀ ਸਾਨੂੰ ਜੀਵਨ ਸੇਧ ਦਿੰਦੀ ਆ, ਜੇ ਅਸੀਂ ਉਹਨੂੰ ਲੋਕਾਂ ਤੱਕ ਪਹੁੰਚਾ ਨਹੀਂ ਸਕਦੇ, ਦੱਸ ਨਹੀਂ ਸਕਦੇ, ਤੇ ਫਿਰ ਮੈਂ ਨਹੀਂ ਸਮਝਦਾ ਕੋਈ ਬਹੁਤਾ ਇਹਦਾ ਲਾਭ ਹੁੰਦਾ। ਜੀ ਮੇਰਾ ਅਗਲਾ ਸਵਾਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਉਹਨਾਂ ਦੀ ਗੁਰਿਆਈ ਤੱਕ ਦਾ ਜਿਹੜਾ ਸਮਾਂ ਆ, ਉਹਦੀਆਂ ਜਿਹੜੀਆਂ ਪ੍ਰਮੁੱਖ ਘਟਨਾਵਾਂ ਨੇ, ਉਹਨਾਂ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਥੋੜਾ ਜਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ, ਇਹਨਾਂ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਔਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿੱਚ। ਜੀ ਕਿਉਂਕਿ ਇਹ 5 ਭਰਾ ਔਰ 1 ਭੈਣ ਦੇ ਵਿੱਚੋਂ ਸਭ ਤੋਂ ਛੋਟੇ ਸੁਪੁੱਤਰ ਸੀਗੇ ਗੁਰੂ ਹਰਗੋਬਿੰਦ ਸਾਹਿਬ ਦੇ। ਬਹੁਤ ਲੇਟ ਔਲਾਦ ਘਰ ਦੇ ਵਿੱਚ ਪੈਦਾ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਇੰਨੀ ਵਧੀਆ ਸ਼ਸਤਰ ਵਿੱਦਿਆ, ਦੁਨਿਆਵੀ ਵਿੱਦਿਆ ਤੇ ਹੋਰ ਸਿੱਖਿਆਵਾਂ ਐਸੀਆਂ ਦਿੱਤੀਆਂ, ਦ੍ਰਿੜ ਕਰਾਈਆਂ ਕਿ ਇਹ ਇੱਕ ਬਹੁਤ ਵੱਡੇ ਮੀਰੀ ਤੇ ਪੀਰੀ ਦੋਨੋਂ ਚੀਜ਼ਾਂ ਜਿਹੜੀਆਂ, ਇਸ ਸਿਧਾਂਤ ਨੂੰ ਇਹਨਾਂ ਨੇ ਬਾਖੂਬੀ ਜਿਹੜਾ ਉਹ ਲਾਗੂ ਕਰ ਦਿੱਤਾ। ਕਿਉਂਕਿ ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਨੂੰ ਵੇਖਿਆ ਜੀ, ਔਰ ਪਿਛਲੇ ਸਾਰੇ ਸਮੇਂ ਨੂੰ ਵਾਚਿਆ ਕਿ ਕਿੰਨਾ ਇਹ ਜਿਹੜੇ ਹਾਲਾਤ ਨੇ ਪਹਿਲੇ ਨਾਲੋਂ ਚੇਂਜ ਹੋ ਚੁੱਕੇ ਨੇ। ਹੁਣ ਕੱਲਾ ਪੀਰੀ ਵਾਲਾ ਜਿਹੜਾ ਸਿਲਸਿਲਾ ਚੱਲਦਾ ਪਿਆ, ਉਹਦੇ ਨਾਲ ਗੱਲ ਨਹੀਂ ਬਣੇਗੀ, ਉਹਦੇ ਨਾਲ ਮੀਰੀ, ਉਹਦੇ ਨਾਲ ਉਹ ਦਿੱਲੀ ਦੇ ਬਰਾਬਰ ਦਾ ਤਖਤ, ਉਹ ਜ਼ਰੂਰੀ ਹੈ ਜੀ। ਤੇ 6ਵੇਂ ਪਾਤਸ਼ਾਹ ਨੇ ਫਿਰ ਉਦੋਂ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਉਹ ਪਹਿਨੀਆਂ ਸੀ, ਉਹਨਾਂ ਨੇ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਭ ਤੋਂ ਛੋਟੇ ਸੀ, ਉਹਨਾਂ ਨੂੰ ਇਸ ਸ਼ਸਤਰ ਵਿੱਦਿਆ ਦੇ ਵਿੱਚ ਬਹੁਤ ਦ੍ਰਿੜ ਕਰ ਦਿੱਤਾ ਸੀ।
ਇਹੋ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪਹਿਲਾ ਨਾਂ ਸੀਗਾ ਉਹ ਤਿਆਗਮਲ ਸੀ ਜੀ। ਜਦੋਂ ਉਹਨਾਂ ਨੇ ਕਰਤਾਰਪੁਰ ਦੀ ਜਿਹੜੀ ਉਹਨਾਂ ਦੀ ਜੰਗ ਹੋਈ ਸੀ, ਜਦੋਂ ਪੈਂਦੇ ਖਾਂ ਜਿਹਨੂੰ ਛੇਵੇਂ ਪਾਤਸ਼ਾਹ ਨੇ ਪਾਲਿਆ ਸੀ, ਛੇਵੇਂ ਪਾਤਸ਼ਾਹ ਨੇ ਸ਼ਸਤਰ ਵਿਦਿਆ ਸਿਖਾਈ ਸੀ, ਪਰ ਉਹ ਗੁਰੂ ਜੀ ਦੇ ਨਾਲ ਬੇਮੁਖ ਹੋ ਕੇ ਚਲ ਗਿਆ ਤੇ ਕਾਲੇ ਖਾਂ ਨੂੰ ਨਵਾਬ ਦੀ ਸਲਾਹ ਦੇ ਨਾਲ ਫੌਜਾਂ ਲੈ ਗਿਆ ਕਿ ਚੜ੍ਹਾਈ ਕਰ ਦਿੱਤੀ ਤੇ ਕਰਤਾਰਪੁਰ ਦੀ ਜੰਗ ਦੇ ਵਿੱਚ ਤੇਗਮਲ, ਜਿਨ੍ਹਾਂ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਨਾਂ ਬਚਪਨ 'ਚ ਤਿਆਗਮਲ ਸੀ, ਉਹਨਾਂ ਨੇ ਉੱਥੇ ਤੇਗ ਦੇ ਐਸੇ ਜ਼ੋਰ ਵਿਖਾਏ ਕਿ ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਨਾਂ ਹੀ ਜਿਹੜਾ ਉਹ ਤੇਗ ਬਹਾਦਰ ਰੱਖ ਦਿੱਤਾ ਜੀ। ਸੋ ਉਹ ਤੇਗ ਬਹਾਦਰ ਪਾਤਸ਼ਾਹ ਜਿਹੜੇ ਸੀਗੇ ਉਹ ਸ਼ੁਰੂ ਤੋਂ ਹੀ ਬੜੇ ਡੂੰਘੇ ਵਿਚਾਰਾਂ ਦੇ ਵਿੱਚ ਰਹਿਣ ਵਾਲੇ, ਬੜੇ ਦਲੇਰ, ਬੜੇ ਨਿਡਰ ਤੇ ਬੜੇ ਤਿਆਗੀ ਸੁਭਾਅ ਦੇ। ਉਹਨਾਂ ਦੇ ਜੀਵਨ ਦੀਆਂ ਬੜੀਆਂ ਵਧੀਆ ਸਾਖੀਆਂ ਜਿਹੜੀਆਂ ਉਹ ਮਿਲਦੀਆਂ ਉਹਨਾਂ ਦੇ ਤਿਆਗੀ ਸੁਭਾਅ ਦੇ ਨਾਲ ਸੰਬੰਧਿਤ, ਪਰ ਇੰਨਾ ਸਮਾਂ ਨਹੀਂ ਕਿ ਮੈਂ ਬਹੁਤ ਲੰਬਾ ਉਸ ਪਾਸੇ ਨੂੰ ਜਾਵਾਂ। ਸ਼ਾਰਟ ਦੇ ਵਿੱਚ ਮੈਂ ਦੱਸਾਂ ਕਿ ਉਹਨਾਂ ਦੀ ਸ਼ਾਦੀ ਜਦੋਂ ਹੋਈ ਤਾਂ ਕਰਤਾਰਪੁਰ ਦੇ ਲਾਲ ਸਿੰਘ, ਭਾਈ ਲਾਲ ਚੰਦ ਜੀ, ਉਹਨਾਂ ਦੀ ਸਪੁੱਤਰੀ ਗੁਜਰੀ ਜੀ ਦੇ ਨਾਲ ਕਰਤਾਰਪੁਰ ਦੇ ਵਿੱਚ ਹੋਈ ਜੀ। ਥੋੜਾ ਸਮੇਂ ਉੱਥੇ ਰਹਿਣ ਤੋਂ ਬਾਅਦ ਉਹਨਾਂ ਨੇ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਦੇ ਨਾਲ ਹੀ ਜਾਣਾ ਕੀਤਾ ਔਰ ਉੱਥੇ 9-10 ਸਾਲ ਦਾ ਸਮਾਂ ਰਹਿਣ ਤੋਂ ਬਾਅਦ ਆਪਣੇ ਨਾਨਕੇ ਪਿੰਡ ਉਹ ਬਾਬੇ ਬਕਾਲਾ, ਜਿਹਨੂੰ ਉਦੋਂ ਨਾਂ ਉਹਦਾ ਬਾਬਾ ਬਕਾਲਾ ਹੀ ਸੀਗਾ, ਬਾਅਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਉਹਨੂੰ ਬਾਬਾ ਬਕਾਲਾ ਕਹਿਣਾ ਸ਼ੁਰੂ ਕਰ ਦਿੱਤਾ, ਉੱਥੇ ਆ ਗਏ ਔਰ ਕਾਫੀ ਲੰਬਾ ਸਮਾਂ ਉਸ ਬਕਾਲੇ ਦੀ ਧਰਤੀ ਤੇ ਉਹਨਾਂ ਨੇ ਗੁਜ਼ਾਰਿਆ। ਇਹ ਇਹਨਾਂ ਦੇ ਜਿਹੜੇ ਜੀਵਨ ਦੀ ਥੋੜੀ ਜਿਹੀ ਕਹਾਣੀ ਹੈ ਕਿ ਉੱਥੋਂ ਬਕਾਲੇ ਨਗਰ ਤੋਂ ਹੀ ਉਹ ਬਹੁਤ ਸਾਰੇ ਦੂਰ ਦੂਰ ਦੀਆਂ ਉਹਨਾਂ ਨੇ ਯਾਤਰਾਵਾਂ ਵੀ ਕੀਤੀਆਂ ਸਿੱਖੀ ਪ੍ਰਚਾਰ ਕਰਨ ਵਾਸਤੇ, ਪੂਰਬੀ ਦੇਸ਼ਾਂ ਨੂੰ ਇੱਧਰ ਨਿਕਲ ਜਾਣਾ, ਆਸਾਮ ਸਾਈਡ ਦੇ ਉੱਤੇ ਉਹ ਬੜਾ ਲੰਬਾ ਸਮਾਂ ਜਿਹੜਾ ਉਸ ਸਾਈਡ ਦੇ ਉੱਤੇ ਵੀ ਰਹੇ ਨੇ ਜੀ। ਇੱਕ ਮੈਂ ਹੋਰ ਗੱਲ ਜਿਹੜੀ ਉਹ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਵੇਂ ਇਹਨਾਂ ਦੀ ਸ਼ਾਦੀ 1634 ਦੇ ਵਿੱਚ ਹੋਈ ਸੀ, ਹਾਂਜੀ, ਉਦੋਂ ਇਹ ਸਿੱਖੀ ਪ੍ਰਚਾਰ ਵਾਸਤੇ ਉਧਰ ਗਏ ਹੋਏ ਸੀਗੇ ਆਸਾਮ ਸਾਈਡ ਦੇ ਉੱਪਰ ਜੀ, ਜਦੋਂ ਇਹਨਾਂ ਦੇ ਘਰ ਪੁੱਤਰ ਗੋਬਿੰਦ ਰਾਏ ਨੇ ਜਨਮ ਲਿਆ ਜੀ। ਪਰ ਉਹਨਾਂ ਦੇ ਪ੍ਰਕਾਸ਼ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਨਹੀਂ ਸੀ ਕਿਉਂਕਿ ਉਹ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਗਏ ਸੀ ਤੇ ਗੋਬਿੰਦ ਰਾਏ ਜੀ ਦਾ ਜਿਹੜਾ ਪ੍ਰਕਾਸ਼ ਆ ਉਹ ਪਟਨਾ ਸਾਹਿਬ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਦੋਂ ਆਸਾਮ ਦੀ ਧਰਤੀ ਦੇ ਉੱਤੇ ਪ੍ਰਚਾਰਕ ਦੌਰਿਆਂ ਦੇ ਉੱਤੇ ਸੀ ਜੀ ਔਰ 1634 ਦੇ ਵਿੱਚ ਸ਼ਾਦੀ ਹੋਈ ਹੋਵੇ ਤੇ ਘਰ ਦੇ ਵਿੱਚ ਪੁੱਤਰ ਦਾ ਜਨਮ ਜਿਹੜਾ 32 ਸਾਲ ਬਾਅਦ, ਅੱਜ ਦੇ ਵੀ ਆਪਾਂ ਹਾਲਾਤ ਵੇਖੀਏ ਤੇ ਕਿਵੇਂ ਕਿਵੇਂ ਦੀਆਂ ਇਹ ਗੱਲਾਂ ਹੁੰਦੀਆਂ ਨੇ, ਪਰ ਵੇਖੋ ਉਹਨਾਂ ਨੇ ਪਹਿਲ ਜਿਹੜੀ ਆ ਉਹ ਸਿੱਖੀ ਪ੍ਰਚਾਰ ਨੂੰ ਦਿੱਤੀ ਹੈ ਜੀ, ਘਰ ਪਰਿਵਾਰ ਨੂੰ ਨਹੀਂ, ਸਿੱਖੀ ਪ੍ਰਚਾਰ ਨੂੰ ਪਹਿਲ ਦਿੱਤੀ ਹੈ। 32 ਸਾਲ ਦੇ ਬਾਅਦ ਘਰ ਦੇ ਵਿੱਚ ਔਲਾਦ ਹੋਵੇ ਤੇ ਉਹਨਾਂ ਨੇ ਆ ਕੇ ਆਸਾਮ ਦੀ ਧਰਤੀ ਤੋਂ ਪੁੱਤਰ ਦਾ ਮੂੰਹ, 4 ਸਾਲ ਦੀ ਉਮਰ ਉਦੋਂ ਗੋਬਿੰਦ ਰਾਏ ਦੀ ਹੋ ਚੁੱਕੀ ਸੀ ਜਦੋਂ ਆ ਕੇ ਉਹਨਾਂ ਦਾ ਮੂੰਹ ਉਹਨਾਂ ਨੇ ਦੇਖਿਆ ਤੇ ਪੁੱਤਰ ਨੂੰ ਆ ਕੇ ਮਿਲੇ ਆ ਔਰ ਕੁਝ ਦਿਨ ਹੀ ਉੱਥੇ ਰੁਕਣ ਤੋਂ ਬਾਅਦ ਪਟਨੇ ਦੀ ਧਰਤੀ ਦੇ ਪੰਜਾਬ ਵੱਲ ਨੂੰ ਆ ਗਏ ਆ ਕਿਉਂਕਿ ਉਦੋਂ ਔਰੰਗਜ਼ੇਬ ਨੇ ਬਹੁਤ ਕੱਟੜਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹਨੇ ਇੱਕ ਟੀਚਾ ਮਿਥ ਲਿਆ ਸੀ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਇਸਲਾਮ ਦੇ ਵਿੱਚ ਜਿਹੜਾ ਉਹ ਲੈ ਆਉਣਾ। ਉਹਨੇ ਆਪਣੀਆਂ ਬਹੁਤ ਕੱਟੜ ਨੀਤੀਆਂ ਜਿਹੜੀਆਂ ਉਹ ਲਾਗੂ ਦੇਸ਼ ਦੇ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਕਰਕੇ 9ਵੇਂ ਪਾਤਸ਼ਾਹ ਜਿਹੜੇ ਆ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਵੱਲ ਨੂੰ ਵਾਪਸ ਆ ਗਏ ਸੀ। ਠੀਕ ਹੈ। ਤੇ ਬਾਅਦ ਦੇ ਵਿੱਚ ਪਰਿਵਾਰ ਜਿਹੜਾ ਉਹ ਇਹਨਾਂ ਨੇ ਮੰਗਵਾਇਆ ਸੀ ਅਨੰਦਪੁਰ ਦੀ ਧਰਤੀ ਦੇ ਉੱਤੇ, ਕਿਉਂਕਿ ਉਹ ਧਰਤੀ ਵੀ ਉਹਨਾਂ ਨੇ ਆਪ ਮਾਖੋਵਾਲ ਦੀ ਜ਼ਮੀਨ ਸੀ ਖਰੀਦ ਕੇ ਉਹ ਸ਼ਹਿਰ ਵਸਾਇਆ ਜੀ ਤੇ ਉੱਥੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ। ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨੇ ਜਾਂ ਧਰਮ ਦੀ ਚਾਦਰ ਨੇ, ਇਸ ਬਾਬਤ ਕੀ ਕਹਿਣਾ ਚਾਹੋਗੇ ਜੀ? ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹਿਣਾ ਤੇ ਮੇਰਾ ਖਿਆਲ ਆ ਕਿ ਉਹਨਾਂ ਦੇ ਕੀਤੇ ਹੋਏ ਕਾਰਜ ਨੂੰ ਸੰਕੋਚ ਦੇਣਾ ਹੈ ਜੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ, ਸ਼ਹਾਦਤ ਵੀ ਉਸ ਧਰਮ ਦੇ ਵਾਸਤੇ ਜੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਬਹੁਤਾ ਵਿਸ਼ਵਾਸ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ
ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ। ਜੀ ਤੇ ਜਿਸ ਜਨੇਊ ਤੋਂ ਨਾ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਉਸੇ ਜਨੇਊ ਦੀ ਰੱਖਿਆ ਦੀ ਖਾਤਰ, ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਉਹਨਾਂ ਨੇ ਕੁਰਬਾਨੀ ਕੀਤੀ। ਜੀ ਹੁਣ ਜੇ ਮੈਂ ਇਹ ਕਹਾਂ ਕਿ ਠੀਕ ਹੈ, ਉਦੋਂ ਇਹ ਮੌਕਾ ਸੀ, ਤਸ਼ੱਦਦ ਹਿੰਦੂ ਕੌਮ ਦੇ ਉੱਪਰ ਹੋ ਰਿਹਾ ਸੀ, ਜੀ ਪਰ ਜੇ ਉਦੋਂ ਕਿਤੇ ਤਸ਼ੱਦਦ ਕਿਸੇ ਹੋਰ ਕੌਮ ਤੇ ਵੀ ਹੋ ਰਿਹਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਇਸੇ ਤਰ੍ਹਾਂ ਹੀ ਸ਼ਹਾਦਤ ਉਹਨਾਂ ਵਾਸਤੇ ਵੀ ਦਿੰਦੇ, ਕੁਰਬਾਨੀ ਉਹਨਾਂ ਵਾਸਤੇ ਵੀ ਕਰਦੇ। ਅਸੀਂ ਉਹਨਾਂ ਨੂੰ ਸਿਰਫ ਹਿੰਦ ਦੀ ਚਾਦਰ ਨਹੀਂ ਕਹਿ ਸਕਦੇ, ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੀ, ਸਾਰੇ ਸੰਸਾਰ ਦੀ ਚਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਪੂਰੀ ਸ੍ਰਿਸ਼ਟੀ ਦੇ ਉੱਤੇ, ਪੂਰੇ ਸੰਸਾਰ ਦੀ ਆਪਾਂ ਉਹਨਾਂ ਨੂੰ ਚਾਦਰ ਕਹਾਂਗੇ। ਬਹੁਤ ਖੂਬ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਸੰਭਾਲਣੀ ਸੀ ਤਾਂ ਉਸ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਆਪਣੇ ਇੱਕ ਭਗਤ ਨੂੰ ਕਿ ਬਾਬਾ ਬਕਾਲੇ ਗੁਰਗੱਦੀ ਸੰਭਾਲੇ। ਇਸ ਗਾਥਾ ਨੂੰ ਤੁਸੀਂ ਥੋੜਾ ਜਿਹਾ ਸਾਂਝਾ ਕਰੋ ਤੇ ਉਹਨਾਂ ਦੀ ਗੁਰਗੱਦੀ ਜਿਹੜੀ ਆ ਕਿਵੇਂ ਪ੍ਰਾਪਤ ਹੋਈ, ਇਸ ਬਾਬਤ ਵੀ ਵਿਚਾਰ ਦਿਓ ਜੀ। ਜਸਵੀਰ ਜੀ ਦੇਖੋ, ਇਹ ਕੈਸੀ ਵੰਡੰਬਣਾ ਆ, ਕੈਸਾ ਸੰਜੋਗ ਹੈ ਜੀ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਦਿੱਤੀ ਹੈ, ਹਾਂਜੀ, ਉਹਨਾਂ ਨੇ ਆਪਣੇ ਪੁੱਤਰ ਨੂੰ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ, ਉਹਨਾਂ ਨੇ ਆਪਣੇ ਪੋਤਰੇ ਨੂੰ ਗੁਰਗੱਦੀ ਦਿੱਤੀ। ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰ ਰਾਏ ਜੀ ਨੂੰ ਗੱਦੀ ਦਿੱਤੀ, ਉਹਨਾਂ ਨੇ ਆਪਣੇ ਪੋਤਰੇ ਨੂੰ। ਬਿਲਕੁਲ ਜੀ। ਦੂਸਰੇ ਪਾਸੇ ਉਹਨਾਂ ਦੇ ਪੜਪੋਤਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਗੱਦੀ ਆਪਣੇ ਦਾਦਾ ਜੀ ਨੂੰ ਦਿੱਤੀ ਹੈ। ਜੀ ਇੱਕ ਪਾਸੇ ਦਾਦਾ ਪੋਤੇ ਨੂੰ ਗੁਰਗੱਦੀ ਦੇ ਰਿਹਾ, ਦੂਜੇ ਪਾਸੇ ਪੋਤਰਾ ਦਾਦੇ ਨੂੰ ਗੁਰਗੱਦੀ ਦੇ ਰਿਹਾ। ਜੀ ਇਹ ਸੰਯੋਗ ਹੈ। ਇਹ 10 ਪਾਤਸ਼ਾਹੀਆਂ ਦੇ ਵਿੱਚ ਇਹ ਗੁਰਗੱਦੀ ਦੇਣਾ, ਗੁਰਗੱਦੀ ਸਮੇਂ ਦੇ ਦੌਰਾਨ ਕਾਰਜ ਕਰਨੇ, ਇਹ ਸਭ ਕੁਝ ਦੇ ਵਿੱਚ ਬਹੁਤ ਵੱਡੀ ਵਿਲੱਖਣਤਾ ਆ ਦੂਸਰੇ ਧਰਮਾਂ ਦੇ ਨਾਲੋਂ। ਬਿਲਕੁਲ। ਗੁਰੂ ਹਰਕ੍ਰਿਸ਼ਨ ਜੀ ਨੂੰ ਜਦੋਂ ਗੁਰਗੱਦੀ ਦੇ ਉੱਤੇ ਬਿਠਾਇਆ, ਬਹੁਤ ਛੋਟੀ ਉਮਰ ਸੀ ਜੀ, ਬਹੁਤ ਛੋਟੀ ਉਮਰ ਦੇ ਵਿੱਚ ਗੁਰਗੱਦੀ ਦੇ ਉੱਤੇ ਬੈਠੇ, ਤਕਰੀਬਨ 5 ਸਾਲ ਦੀ ਉਮਰ ਸੀ ਉਹਨਾਂ ਦੀ ਜੀ, ਔਰ ਬਹੁਤਾ ਲੰਬਾ ਸਮਾਂ ਨਹੀਂ, ਉਹ 61 ਤੋਂ ਲੈ ਕੇ 64 ਤੱਕ ਗੁਰਗੱਦੀ ਦੇ ਉੱਪਰ ਰਹੇ ਜੀ। ਔਰ ਇੰਨੇ ਸਮੇਂ ਦੇ ਵਿੱਚ ਉਹਨਾਂ ਨੇ ਇੰਨੀ ਮਨੁੱਖਤਾ ਦੀ ਸੇਵਾ ਕੀਤੀ ਆ ਕਿ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਜੀ, ਤੇ ਉੱਥੇ ਰੋਗੀਆਂ ਦੇ ਵਿੱਚ ਵਿਚਰਦੇ ਹੋਏ, ਮਨੁੱਖਤਾ ਦੀ ਸੇਵਾ, ਇਲਾਜ ਕਰਦੇ ਹੋਏ ਉਹ ਆਪ ਵੀ ਚੇਚਕ ਦਾ ਸ਼ਿਕਾਰ ਹੋ ਗਏ ਜੀ, ਕਿਉਂਕਿ ਛੋਟੀ ਉਮਰ ਦੇ ਵਿੱਚ ਬਿਮਾਰੀ ਜਿਹੜੀ ਜ਼ਿਆਦਾ ਪਕੜ ਦੇ ਵਿੱਚ ਆਉਂਦੀ ਹੈ। ਬਿਲਕੁਲ ਜੀ। ਤੇ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੀ ਇਹ ਹੱਥ ਖੜਾ ਕਰਕੇ ਇਹ ਗੱਲ ਕਹੀ ਸੀ, ਜਦੋਂ ਸੰਗਤ ਨੇ ਪੁੱਛਿਆ ਸੀ ਕਿ ਗੁਰੂ ਜੀ ਹੁਣ ਸਾਨੂੰ ਤੁਸੀਂ ਕਿਹਦੇ ਲੜ ਲਾ ਚੱਲੇ ਹੋ, ਜੀ, ਤੇ ਉਹਨਾਂ ਨੇ ਹੱਥ ਖੜਾ ਕਰਕੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ। ਜੀ, ਇੱਕ ਵਾਰ ਨਹੀਂ 3 ਵਾਰੀ ਇਤਿਹਾਸ ਦੇ ਮੁਤਾਬਕ ਜੋ ਮੈਂ ਪੜ੍ਹਿਆ, ਜੋ ਮੈਂ ਸੁਣਿਆ, ਕਿ 3 ਵਾਰ ਉਹਨਾਂ ਨੇ ਕਿਹਾ ਕਿ ਬਾਬਾ ਬਸੇ ਗ੍ਰਾਮ ਬਕਾਲੇ। ਜੀ, ਪਰ ਹੁਣ ਬਕਾਲੇ ਬਾਬਾ ਸ਼ਬਦ ਜਿਹੜਾ, ਠੀਕ ਆ ਆਪਾਂ ਵੱਡਿਆਂ ਵਾਸਤੇ ਬਾਬਾ ਸ਼ਬਦ ਜਿਹੜਾ ਉਹ ਵਰਤਦੇ ਆ, ਜੀ, ਪਰ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੇ ਬੜਾ ਮਾਹੌਲ ਜਿਹੜਾ ਚੇਂਜ ਹੋ ਗਿਆ, ਆਂਟੀਆਂ ਅੰਕਲਾਂ ਦਾ ਸਮਾਂ ਆ ਗਿਆ, ਦਾਦੇ ਨੂੰ ਦਾਦੂ ਕਹਿਣਾ ਸ਼ੁਰੂ ਕਰ ਦਿੱਤਾ। ਜੀ, ਅਸੀਂ ਵੀ ਆਪਣੇ ਦਾਦੇ ਨੂੰ ਬਾਬਾ ਕਹਿੰਦੇ ਹੁੰਦੇ ਸੀ, ਜੀ, ਬਿਲਕੁਲ ਜੀ, ਦਾਦੇ ਨੂੰ ਬਾਬਾ ਕਿਹਾ ਜਾਂਦਾ ਸੀ। ਜੀ, ਬਾਬਾ ਬਸੇ ਬਕਾਲੇ ਇਹ ਇੱਕ ਇਸ਼ਾਰਾ ਸੀ, ਦਾਦੇ ਵੱਲ ਹੀ ਇਸ਼ਾਰਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਭਾਵ ਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਗੱਦੀ ਦੇ ਅਗਲੇ ਵਾਰਸ ਨੇ। ਜੀ, ਪਰ ਇਸ ਚੀਜ਼ ਦਾ ਭੁਲੇਖਾ ਪਾਉਣ ਵਾਸਤੇ ਕਿ ਸ਼ਾਇਦ ਬਾਬੇ ਬਕਾਲੇ ਸੰਗਤ ਮੈਨੂੰ ਹੀ ਮੰਨ ਲਵੇ ਕਿ ਮੈਂ ਗੁਰੂ ਹਾਂ, ਜੀ, 22 ਪਖੰਡੀ ਮੰਜੀਆਂ ਡਾਹ ਕੇ ਬਹਿ ਗਏ ਧੀਰ ਮੱਲ ਸਮੇਤ, ਜੀ, ਤੇ ਸੰਗਤ ਇੱਕ ਭੁਲੇਖੇ ਦੇ ਵਿੱਚ ਪੈ ਗਈ ਕਿ ਇਹਦੇ ਵਿੱਚੋਂ 9ਵੇਂ ਗੁਰੂ ਕਿਹੜੇ ਨੇ। ਕੁਝ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ, ਸੰਗਤ ਦੀ ਲੁੱਟ ਖਸੁੱਟ ਵੀ ਹੁੰਦੀ ਰਹੀ, ਉਹ ਪਖੰਡੀ ਵਹਿਮਾਂ ਭਰਮਾਂ ਦੇ ਵਿੱਚ ਉਹ ਪਖੰਡੀ ਸੰਗਤ ਨੂੰ ਗੁੰਮਰਾਹ ਵੀ ਕਰਦੇ ਰਹੇ ਜੀ, ਪਰ ਉਹ ਸਬੱਬ ਗੁਰੂ ਘਰ ਦੇ ਬਣਦੇ ਰਹੇ ਨੇ ਹਮੇਸ਼ਾ ਹੀ ਕਿ ਭਾਈ ਮੱਖਣ ਸ਼ਾਹ ਇੱਕ ਬਹੁਤ ਵੱਡੇ ਵਪਾਰੀ ਨੇ, ਜਿਨ੍ਹਾਂ ਅਰਦਾਸ ਕੀਤੀ ਸੀ, ਕਿਉਂਕਿ ਅੱਜ ਕੱਲ ਤੇ ਹਵਾਈ ਜਹਾਜ਼ ਜਿਹੜੇ ਆ ਉਹ ਵੀ ਏਦਾਂ ਦੇ ਸਾਧਨ ਬਣ ਗਏ, ਉਦੋਂ ਸਮੁੰਦਰੀ ਬੇੜੇ
ਹੁੰਦੇ ਸੀ ਜਿਨ੍ਹਾਂ ਦੇ ਉੱਤੇ ਸਮਾਨ ਇੱਧਰ ਉੱਧਰ ਲਿਜਾਇਆ ਜਾਂਦਾ ਸੀ, ਉਹ ਸਰਕਾਰੀ ਠੇਕੇਦਾਰ ਸੀਗੇ ਜੀ। ਉਹਨਾਂ ਨੇ ਅਰਦਾਸ ਕੀਤੀ ਸੀ ਉਸ ਡੁੱਬਦੇ ਬੇੜੇ ਨੂੰ ਪਾਰ ਲਾਉਣ ਵਾਸਤੇ 9ਵੇਂ ਗੁਰੂ ਦੇ ਅੱਗੇ। ਤੇ ਬੇੜਾ ਜਦੋਂ ਪਾਰ ਲੱਗਾ ਤੇ ਉਹ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਜਦੋਂ ਆ ਕੇ ਉਹ ਸੀਨ ਵੇਖਿਆ ਨਾ ਜੀ ਵੀ ਇੱਥੇ ਮੈਂ ਹੁਣ 9ਵੇਂ ਗੁਰੂ ਨੂੰ ਕਿਵੇਂ ਲੱਭਾਂ, ਇੱਥੇ ਤੇ ਕਈ ਗੁਰੂ ਬੈਠੇ ਨੇ। ਪਰ ਉਹਨਾਂ ਦੇ ਦਿਮਾਗ ਵਿੱਚ ਇੱਕ ਜੁਗਤੀ ਆ ਗਈ ਕਿ ਮੈਂ ਇਹਨਾਂ ਨੂੰ ਪਰਖਾਂ ਕਿ 9ਵਾਂ ਗੁਰੂ ਕਿਹੜਾ ਹੈ। ਜੀ ਕਹਿੰਦੇ ਮੈਂ 500 ਮੋਹਰਾਂ ਸੁਖੀਆਂ ਸੀ, 500 ਮੋਹਰਾਂ ਦੀ ਅਰਦਾਸ ਕੀਤੀ ਸੀ ਕਿ ਪਾਤਸ਼ਾਹ ਇਹ ਮੈਂ ਸੇਵਾ ਕਰਾਂ ਤੁਹਾਡੇ ਚਰਨਾਂ ਦੇ ਵਿੱਚ ਜੇ ਮੇਰਾ ਬੇੜਾ ਪਾਰ ਲੱਗ ਜਾਵੇ। ਤੇ ਉਹਨਾਂ ਨੇ 2-2 ਮੋਹਰਾਂ ਹਰ ਪਖੰਡੀ ਉਹ ਜਿਹੜਾ ਗੁਰੂ ਬਣ ਕੇ ਬੈਠਾ ਸੀ ਉਹਨਾਂ ਦੇ ਅੱਗੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਉਹ ਤਾਂ ਮੇਰੇ ਵਰਗੇ ਭੁੱਖੇ ਮਾਇਆ ਦੇ 2-2 ਮੋਹਰਾਂ ਨਾਲ ਹੀ ਖੁਸ਼ ਹੋਣ ਵਾਲੇ ਜੀ ਉਹ 2 ਮੋਹਰਾਂ ਲੈ ਕੇ ਬੜੇ ਖੁਸ਼ ਸੀਗੇ। ਪਰ ਜਦੋਂ ਕਿਸੇ ਨੇ ਇਸ ਗੱਲ ਦਾ ਭੇਦ ਨਹੀਂ ਖੋਲਿਆ ਤੇ ਭਾਈ ਮੱਖਣ ਸ਼ਾਹ ਦੇ ਮਨ ਦੇ ਵਿੱਚ ਸ਼ੰਕਾ ਹੋਈ ਕਿ ਇਹਨਾਂ ਚੋਂ 9ਵਾਂ ਗੁਰੂ ਕੋਈ ਹੋ ਨਹੀਂ ਸਕਦਾ। ਜੇ ਇਹਨਾਂ ਦੇ ਵਿੱਚੋਂ ਕੋਈ 9ਵਾਂ ਗੁਰੂ ਹੁੰਦਾ ਤੇ ਉਹ ਜ਼ਰੂਰ ਇਹ ਦੱਸਦਾ ਕਿ ਮੈਂ ਇੱਥੇ ਭੇਟਾ ਕੀ ਚੜਾਉਣੀ ਸੀ। ਜੀ ਤੇ ਜਦੋਂ ਕਿਸੇ ਤੋਂ ਪੁੱਛਿਆ ਕਿ ਇਹੋ ਹੀ ਬਾਈ ਪਖੰਡੀ ਬੈਠੇ ਇੱਥੇ ਕਿ ਜਾਂ ਕੋਈ ਹੋਰ ਵੀ ਹੈ, ਤੇ ਕਿਸੇ ਨੇ ਦੱਸਿਆ ਕਿ ਉਹ ਭੋਰਾ ਹੈ, ਭੋਰੇ ਦੇ ਵਿੱਚ ਬੈਠੇ ਨੇ ਇੱਕ ਹੋਰ ਫੱਕਰ ਬੰਦੇ, ਬਾਬਾ ਤੇਗਾ ਕਰਕੇ ਇਹਨਾਂ ਨੂੰ ਕਹਿੰਦੇ ਨੇ, ਤੁਸੀਂ ਉਹਨਾਂ ਨੂੰ ਮਿਲ ਲਓ। ਉੱਥੇ ਵੀ ਗਏ, ਉੱਥੇ ਵੀ ਜਾ ਕੇ ਉਹਨਾਂ ਉਸੇ ਤਰ੍ਹਾਂ ਹੀ ਪਰਖ ਕਰਨ ਵਾਸਤੇ 2 ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਪਰ ਗੁਰੂ ਜੀ ਨੇ ਜਿਹੜੇ ਅੱਗੇ ਸ਼ਬਦ ਕਹੇ, ਇੰਨਾ ਪ੍ਰਭਾਵਿਤ ਹੋਇਆ ਭਾਈ ਮੱਖਣ ਸ਼ਾਹ ਕਿ ਕੋਠੇ ਚੜ ਕੇ ਰੌਲਾ ਪਾ ਦਿੱਤਾ ਕਿ ਲੱਧ ਹੋ ਰੇ ਗੁਰੂ, ਲੱਧ ਹੋ ਰੇ ਗੁਰੂ, ਲੱਭ ਗਿਆ। ਸੋ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਨੇ 9ਵੇਂ ਗੁਰੂ ਨੂੰ ਪ੍ਰਗਟ ਕਰ ਦਿੱਤਾ ਸੀ। ਪਰ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਦੀ ਰੋਜ਼ੀ ਰੋਟੀ ਚੱਲ ਪਵੇ ਨਾ, ਭਾਵੇਂ ਪਖੰਡ ਕਰਕੇ ਚੱਲ ਪਵੇ, ਹੁਣ ਉਹ 22 ਮੰਜੀਆਂ ਦੀ ਰੋਜ਼ੀ ਰੋਟੀ ਚੱਲੀ ਸੀ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਜਾ ਡਾਹ ਕੇ ਬੈਠਾ ਸੀ ਧੀਰ ਮੱਲ। ਉਹਨੂੰ ਇਹ ਕਿੱਥੇ ਗੱਲ ਹਜਮ ਹੁੰਦੀ ਸੀ ਜਦੋਂ ਸਾਰੀ ਸੰਗਤ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਵੱਲ ਵਹੀਰਾਂ ਘੱਤ ਕੇ ਤੁਰ ਪਈ, 22 ਮੰਜੀਆਂ ਵੱਲ ਕੋਈ ਤੱਕੇ ਨਾ। ਤੇ ਧੀਰ ਮੱਲ ਨੂੰ ਤੇ ਇਸ ਗੱਲ ਦੀ ਈਰਖਾ ਹੋਣੀ ਸੀ। ਇਹ ਕਿਉਂ ਆ? ਧੀਰ ਮੱਲ ਦੇ ਬੰਦਿਆਂ ਨੇ ਬਹੁਤ ਈਰਖਾ ਤੰਗ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਇੱਕ ਮਸੰਦ ਨੇ ਗੋਲੀ ਵੀ ਚਲਾ ਦਿੱਤੀ। ਗੋਲੀ ਚਲਾ ਕੇ 9ਵੇਂ ਪਾਤਸ਼ਾਹ ਦੇ, ਉਹ ਇਤਿਹਾਸ ਕਹਿੰਦਾ ਕਿ ਉਹ ਕੋਲੋਂ ਦੀ ਜਿਹੜੀ ਅੱਗੇ ਲੰਘ ਗਈ ਪਰ ਟੱਚ ਨਹੀਂ ਕੀਤੀ, ਜਿਸ ਕਰਕੇ 9ਵੇਂ ਪਾਤਸ਼ਾਹ ਜਿਹੜੇ ਉਸ ਵੇਲੇ ਉੱਥੋਂ ਬਾਲ-ਬਾਲ ਬਚੇ ਉਸ ਗੋਲੀ ਤੋਂ। ਤੇ ਉੱਥੇ ਜੇ ਉਹ ਭਾਈ ਮੱਖਣ ਸ਼ਾਹ ਜਿਹੜੇ ਆਏ ਸੀ, ਜਿਨ੍ਹਾਂ ਨੇ ਪ੍ਰਗਟ ਕੀਤਾ ਸੀਗਾ, ਉਹਨਾਂ ਦੀ ਸ਼ਰਧਾ ਇੰਨੀ ਆ ਕਿ ਉਹ ਕੁਝ ਦਿਨ ਉੱਥੇ ਰੁਕੇ ਸੀ। ਜਦੋਂ ਪਤਾ ਲੱਗਿਆ ਕਿ ਇਹ ਸਾਰਾ ਹੀ ਧੀਰਮਲ ਦੇ ਬੰਦੇ ਸਾਰਾ ਕੁਝ ਜਿਹੜਾ ਇਹ ਲੁੱਟ ਪੁੱਟ ਕੇ ਤੇ ਲੈ ਗਏ ਆ, ਇਹਨਾਂ ਨੇ ਬਹੁਤ ਜ਼ਿਆਦਾ ਇੱਥੇ ਜਿਹੜੀ ਆ ਗੜਬੜ ਕੀਤੀ। ਤੇ ਭਾਈ ਮੱਖਣ ਸ਼ਾਹ ਨੇ ਆਪਣੇ ਬੰਦਿਆਂ ਦੇ ਨਾਲ ਜਾ ਕੇ ਉਹ ਸਾਰਾ ਕੁਝ ਲੈ ਕੇ ਵੀ ਆਏ, ਸਮਾਨ ਸੌਦਾ ਸਾਰਾ ਕੁਝ ਖੋਹ ਕੇ ਵੀ ਲਿਆਂਦਾ ਜੋ ਕੁਝ ਲੈ ਕੇ ਗਏ ਸੀਗੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਫੇਰ ਵੀ ਕਿਹਾ ਕਿ ਨਹੀਂ, ਤੁਸੀਂ ਇਹ ਸਾਰਾ ਕੁਝ ਉਹਨਾਂ ਨੂੰ ਵਾਪਸ ਕਰਕੇ ਆਓ, ਕਿਉਂਕਿ ਉਹ ਸੀਗੇ ਹੀ ਤਿਆਗਮਲ। ਉਹਨਾਂ ਦੇ ਅੰਦਰ ਭਾਵਨਾ ਹੀ ਤਿਆਗ ਦੀ ਸੀਗੀ, ਉਹਨਾਂ ਦੇ ਅੰਦਰ ਮੋਹ ਮਾਇਆ ਕੋਈ ਹੈ ਹੀ ਨਹੀਂ ਸੀ। ਐਸਾ ਜੀਵਨ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿਹੜਾ ਮਨੁੱਖਤਾ ਵਾਸਤੇ ਉਹਨਾਂ ਦਾ ਜੀਵਨ ਸੀ। ਗੁਰਿਆਈ ਦਾ ਜਿਹੜਾ ਵਾਕਿਆ ਉਹਨਾਂ ਦਾ ਇਸ ਤਰ੍ਹਾਂ ਸੀਗਾ ਜੋ ਇਤਿਹਾਸ ਸਾਨੂੰ ਦੱਸਦਾ। ਠੀਕ ਹੈ ਜੀ। ਬਹੁਤ ਸਾਰੇ ਇਹ ਵੀ ਸਵਾਲ ਹੁੰਦੇ ਨੇ ਕਿ ਬਾਕੀ ਗੁਰੂ ਸਾਹਿਬਾਨ ਜਿਹੜੇ ਨੇ ਪਹਿਲੇ 5, ਉਹਨਾਂ ਨੇ ਗੁਰਬਾਣੀ ਦੀ ਰਚਨਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ, ਉਹਨਾਂ ਨੇ ਕਿਹੜੀ ਰਚਨਾ ਜਿਹੜੀ ਬਾਣੀ ਦੀ ਕੀਤੀ ਆ ਤੇ ਕਿਹੜੇ ਸ਼ਬਦ ਲਿਖੇ ਨੇ। ਥੋੜੀ ਜਿਹੀ ਜਾਣਕਾਰੀ ਇਸ ਬਾਬਤ ਵੀ ਦਿਓ ਤੇ ਇਹ ਵੀ ਦੱਸਿਓ ਕਿ ਜਿਵੇਂ ਪਹਿਲੇ 5 ਗੁਰੂ ਸਾਹਿਬ ਜੀਵਨ ਜੁਗਤਾਂ ਜਿਹੜੀਆਂ ਦੱਸਦੇ ਨੇ, ਉਹਨਾਂ ਨਾਲ ਸੰਬੰਧਿਤ ਤੇ ਕਿਹੋ ਜਿਹੀ ਜਿਹੜੀਆਂ ਜੁਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਦੱਸੀਆਂ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੀ ਸਾਨੂੰ ਜਿੰਨੀਆਂ ਵੀ ਸਿੱਖਿਆਵਾਂ ਗੁਰੂ ਸਾਹਿਬਾਂ ਦੀਆਂ ਮਿਲਦੀਆਂ ਰਹੀਆਂ, ਉਹ ਕੋਈ ਜ਼ਬਾਨੀ ਨਹੀਂ ਸੀ ਕਿ ਐਵੇਂ ਕਹਿ ਦਿੱਤਾ ਤੇ ਉਹ ਹਵਾ 'ਚ ਕੋਈ ਗੱਲ ਉੱਡ ਜੇ। ਉਹ ਲਿਖਤੀ ਰੂਪ ਦੇ ਵਿੱਚ ਸੀ ਸਾਰਾ ਕੁਝ। ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡੀ ਬਾਣੀ ਦੇ ਵਿੱਚ ਦੀ ਜਿਹੜੀ ਆ ਰਚਨਾ ਕੀਤੀ ਆਪ ਖੁਦ। ਔਰ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ
ਉੱਥੇ ਜਿੱਥੋਂ ਜਿੱਥੋਂ ਉਹਨਾਂ ਨੂੰ ਆਪਣੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਬਾਣੀ ਮਿਲੀ ਜੀ ਉਸ ਸਮੇਂ ਦੇ ਭਗਤਾਂ ਦੀ, ਜੀ ਉਹ ਲੈ ਕੇ ਆਉਂਦੇ ਰਹੇ, ਪੋਥੀ ਦੇ ਉੱਤੇ ਚੜਾਉਂਦੇ ਰਹੇ। ਜਦੋਂ ਗੁਰਗੱਦੀ ਅੱਗੇ ਦਿੰਦੇ ਰਹੇ, ਅਗਲੇ ਗੁਰੂ ਕੋਲ ਉਹ ਪੋਥੀ ਆਉਂਦੀ ਰਹੀ। ਜੀ 5ਵੇਂ ਗੁਰੂ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ। 6ਵੇਂ ਗੁਰੂ ਦੇ ਵੇਲੇ ਆ ਕੇ ਸਮਾਂ ਕੁਝ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਥੋੜਾ ਤਬਦੀਲ ਹੋ ਗਿਆ। 6ਵੇਂ 7ਵੇਂ 8ਵੇਂ ਗੁਰੂ ਨੇ ਬਾਣੀ ਦੀ ਰਚਨਾ ਜਿਹੜੀ ਉਹ ਨਹੀਂ ਕੀਤੀ। 9ਵੇਂ ਗੁਰੂ ਨੇ ਬਾਣੀ ਦੀ ਰਚਨਾ ਜਿਹੜੀ ਉਹ ਕੀਤੀ ਜੀ। ਔਰ ਉਹ ਬਾਣੀ ਜਿਹੜੀ ਆ 10ਵੇਂ ਪਾਤਸ਼ਾਹ ਨੇ, ਜਿਸ ਗ੍ਰੰਥ ਦੀ ਸੰਪਾਦਨਾ 5ਵੇਂ ਪਾਤਸ਼ਾਹ ਨੇ ਕੀਤੀ ਸੀ, ਉਸ ਗ੍ਰੰਥ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਆ ਉਹ ਵੀ ਚੜਾ ਕੇ ਜਿਹੜਾ ਅੱਜ ਦਾ ਸਰੂਪ ਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਜੀ, ਉਹ ਸਾਨੂੰ ਦਿੱਤਾ ਸੀਗਾ। ਠੀਕ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੰਨੀ ਕੁ ਬਾਣੀ ਦੀ ਰਚਨਾ ਕੀਤੀ? ਹਾਂਜੀ। ਜੇ ਮੈਂ ਕਹਾਂ ਕਿ ਜਿਵੇਂ ਚੌਥੇ ਪਾਤਸ਼ਾਹ 5ਵੇਂ ਪਾਤਸ਼ਾਹ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ, ਜੀ ਜੀ। 9ਵੇਂ ਪਾਤਸ਼ਾਹ ਨੇ 15 ਰਾਗਾਂ ਦੇ ਵਿੱਚ ਬਾਣੀ ਰਚੀ। ਉਹ 15 ਰਾਗ ਜਿਹੜੇ ਨੇ ਉਹਨਾਂ ਚੋਂ 14 ਰਾਗ ਤੇ ਉਹੀ ਨੇ ਜੀ, ਜਿਨ੍ਹਾਂ ਦੇ ਵਿੱਚ ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ ਹੈ। ਜੀ। ਪਰ 15ਵਾਂ ਰਾਗ ਜਿਹੜਾ ਇਸ ਤਰ੍ਹਾਂ ਦਾ ਰਾਗ ਹੈ ਜਿਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ। ਜੀ। ਉਹ 31ਵਾਂ ਰਾਗ ਅੱਜ ਗੁਰਬਾਣੀ ਦਾ 31ਵੀਂ ਰਾਗ ਦੇ ਵਿੱਚ, ਰਾਗ ਜੈਜਾਵੰਤੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਹੀ ਸ਼ਬਦ ਨੇ, ਕੇਵਲ 4 ਸ਼ਬਦ ਨੇ ਉਸ। ਜੀ। ਅਸੀਂ ਕਈ ਵਾਰ ਬੱਚਿਆਂ ਨੂੰ ਇਹ ਸਵਾਲ ਕਰਦੇ ਹੁੰਦੇ ਆ ਕਿ ਸਭ ਤੋਂ ਛੋਟਾ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ? ਜੀ। ਜੈਜਾਵੰਤੀ ਰਾਗ ਹੀ ਸਭ ਤੋਂ ਛੋਟਾ ਰਾਗ, ਜਿਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਔਰ ਉਹਦੇ ਵਿੱਚ 4 ਹੀ ਸ਼ਬਦ ਨੇ। ਔਰ ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਆ, ਹਾਂਜੀ, ਤੇ ਸਾਨੂੰ ਜੀਵਨ ਦੀਆਂ ਇੰਨੀਆਂ ਸੇਧਾਂ ਮਿਲਦੀਆਂ ਜੀ, ਜਿਨ੍ਹਾਂ ਪੱਖਾਂ ਤੇ ਉਹਨਾਂ ਨੇ ਗੱਲ ਕੀਤੀ ਹੈ। ਜੀ। ਵੇਖੋ ਅੱਜ ਤੋਂ ਕਿੰਨੇ ਸਦੀਆਂ ਪਹਿਲਾਂ ਦੀ ਕਹਾਣੀ ਹੈ, ਕਿੰਨੀਆਂ ਸਦੀਆਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਇਹ ਜੁਗਤ ਸਾਨੂੰ ਦੱਸ ਗਏ, ਪਰ ਅੱਜ ਦੇ ਮਾਹੌਲ ਦੇ ਉੱਤੇ ਉਹ ਪੂਰੀ ਤਰ੍ਹਾਂ ਢੁਕਦੀ ਆ। ਅੱਜ ਸਮਾਜ ਉਸੇ ਤਰ੍ਹਾਂ ਦਾ ਆ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਅੱਜ ਤੋਂ ਕਈ ਸਦੀਆਂ ਪਹਿਲਾਂ ਕਹਿ ਰਹੇ ਆ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਦੇ ਵਿੱਚ ਜਿਹੜੇ ਰਿਸ਼ਤਿਆਂ ਦਾ ਆਧਾਰ ਹੈ ਨਾ ਜੀ, ਉਹਨੂੰ ਕਹਿੰਦੇ ਕੇਵਲ ਸਵਾਰਥ ਹੈ। ਜੀ। ਸਵਾਰਥ ਹੈ ਰਿਸ਼ਤਿਆਂ ਦਾ ਆਧਾਰ। ਕਿਸੇ ਨਾਲ ਪਿਆਰ ਕਰਨਾ, ਕਿਸੇ ਨੂੰ ਆਪਣਾ ਰਿਸ਼ਤੇਦਾਰ ਕਹਿਣਾ, ਕਿਸੇ ਨੂੰ ਆਪਣਾ ਮਿੱਤਰ ਕਹਿਣਾ, ਉਹਦੇ ਵਿੱਚ ਕੋਈ ਨਾ ਕੋਈ ਸਵਾਰਥ ਹੈ। ਉਹਦਾ ਜਿਹੜਾ ਆਧਾਰ ਹੈ ਉਹ ਧਨ ਦੌਲਤ ਆ, ਪੈਸਾ ਹੈ। ਜੀ। ਬਿਲਕੁਲ ਇਹ ਗੱਲ ਜਿਹੜੀ ਆ ਇਹ ਢੁਕਦੀ ਹੈ। ਜੀ। ਉਹਨਾਂ ਦੀ ਬਾਣੀ ਕਹਿੰਦੀ ਸੋਰਠ ਰਾਗ ਦੇ ਵਿੱਚ ਉਹ ਲਿਖਦੇ ਆ, ਕਹਿੰਦੇ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ, ਜਬ ਹੀ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਭਗ। ਜਦੋਂ ਵੇਖਿਆ ਵੀ ਇਹਦੇ ਤੇ ਪੱਲੇ ਹੀ ਕੁਝ ਨਹੀਂ, ਉਦੋਂ ਕੋਈ ਸਾਥੀ ਨਹੀਂ ਬਣਦਾ। ਜੀ। ਵੇਲੇ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪਈ। ਪੁੱਠੀ ਬਾਜੀ ਵੇਲੇ ਸਾਰੇ ਦੌੜ ਜਾਂਦੇ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਇਸ ਬਾਣੀ ਦੇ ਵਿੱਚ ਇਹੋ ਹੀ ਗੱਲ। ਫਿਰ ਉਹਨਾਂ ਸੋਰਠ ਰਾਗ ਦੇ ਵਿੱਚ ਹੀ ਇਸੇ ਨਾਲ ਸੰਬੰਧਿਤ ਉਹਨਾਂ ਕਿਹਾ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾ। ਸਭ ਆਪਣੇ ਆਪਣੇ ਸੁੱਖਾਂ ਕਰਕੇ ਜੁੜੇ ਆ ਦੂਜੇ ਦੇ ਨਾਲ, ਉਂਝ ਕੋਈ ਕਿਸੇ ਦਾ ਨਹੀਂ। ਜੀ। ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਇਸੇ ਨਾਲ ਹੀ ਸੰਬੰਧਿਤ ਸੋਰਠ ਰਾਗ ਦੇ ਵਿੱਚ ਕੁਝ ਉਹਨਾਂ ਦੀਆਂ ਤੁਕਾਂ ਹੋਰ ਨੇ ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਕੋਈ। ਕਿਆ ਸੇਧ ਆ? ਕਿਉਂਕਿ ਅੱਜ ਦੌੜ ਲੱਗ ਗਈ ਹੈ, ਪੈਸੇ ਦੀ ਦੌੜ ਲੱਗ ਗਈ ਹੈ। ਜੀ। ਪਰ 9ਵੇਂ ਪਾਤਸ਼ਾਹ ਨੇ ਸਾਨੂੰ ਆਪਣੀ ਬਾਣੀ ਚ ਕਿਹਾ, ਉਹ ਬੰਦਿਆ ਤੂੰ ਕੇਵਲ ਮਾਇਆ ਦੇ ਚੱਕਰ ਚ ਨਾ ਤੁਰਿਆ ਫਿਰ। ਜੀ। 5ਵੇਂ ਪਾਤਸ਼ਾਹ ਨੇ ਵੀ ਇਹ ਗੱਲ ਕਹੀ ਸੀ। ਜੀ। ਉਹ ਕਹਿੰਦੇ ਸੀ ਜੇ ਮਾਇਆ ਦੇ ਚੱਕਰ ਚ ਹੀ ਰਹੇਗਾ ਨਾ ਤੇ ਸਮਝ ਲਈ ਕਿ ਆਪਣਾ ਜੀਵਨ ਤੂੰ ਵਿਅਰਥ ਗਵਾ ਰਿਹਾ। ਜੀ। ਆਪਾਂ ਪੜ੍ਹ ਜਾਂਦੇ ਆ, ਰੋਜ਼ ਸੋਦਰ ਦੀ ਬਾਣੀ ਚ ਪੜ੍ਹਦੇ ਆ। ਜੀ। 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 ਸ਼ਾਮ ਨੂੰ ਰਹਿਰਾਸ ਵੇਲੇ ਆਪਾਂ ਪੜ੍ਹ ਜਾਂਦੇ ਆ ਕਾਲੀ ਕਾਲੀ ਦੇ ਵਿੱਚ, ਜਨਮ ਬਿਰਥਾ ਜਾਤ
ਰੰਗ ਮਾਇਆ ਕੇ। ਆਪਾਂ ਪੜ੍ਹ ਜਾਂਦੇ ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਪਰ ਇਹਨੂੰ ਤੁਸੀਂ ਵਿਚਾਰ ਕੇ ਦੇਖੋ। ਪਾਤਸ਼ਾਹ ਨੇ ਕਹਿੰਦੇ ਜੇ ਇਕੱਲੇ ਮਾਇਆ ਰੰਗ ਵਿੱਚ ਜੁੜਿਆ ਰਿਹਾ, ਜੀਵਨ ਦੇ ਦੋ ਹੀ ਤਾਂ ਰੰਗ ਨੇ, ਬਿਲਕੁਲ ਜੀ, ਇੱਕ ਮਾਇਆ ਦਾ ਰੰਗ, ਇੱਕ ਨਾਮ ਦਾ ਰੰਗ, ਉਹਨੂੰ ਯਾਦ ਕਰਨ ਦਾ ਰੰਗ। ਪਰ ਕਹਿੰਦੇ ਜੇ ਤੂੰ ਇੱਕੋ ਰੰਗ 'ਚ ਹੀ ਜੁੜਿਆ ਰਿਹਾ ਨਾ, ਮਾਇਆ ਦੇ ਰੰਗ 'ਚ ਹੀ, ਤੇ ਫਿਰ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਤੇ ਇੱਥੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਵੀ ਤੇ ਉਹੀ ਗੱਲ ਕਹਿੰਦੇ, ਕਹਿੰਦੇ ਜੀਵਨ ਤੇ ਹੈ ਹੀ ਬੜਾ ਛੋਟਾ ਜਿਹਾ, ਇਹਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਉਸ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਇਸ ਗੱਲ ਤੋਂ ਖੁੰਝਣਾ ਨਹੀਂ ਚਾਹੀਦਾ ਜੀ। ਉਹ ਆਪਣੀ ਬਾਣੀ ਤਲੰਗ ਰਾਗ ਦੇ ਵਿੱਚ ਕਹਿੰਦੇ ਆ, ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਜਿੱਦਾਂ ਘੜੇ ਚੋਂ ਪਾਣੀ ਹੌਲੀ ਹੌਲੀ ਸਿਮਦਾ ਰਹਿੰਦਾ ਨਾ, ਏਦਾਂ ਤੇਰਾ ਜੀਵਨ ਖਤਮ ਹੁੰਦਾ ਜਾਂਦਾ ਹੈ ਹੌਲੀ ਹੌਲੀ। ਜੇ ਚੇਤਾ ਹੈ ਨਾ, ਤੂੰ ਅਰਦਾਸਾਂ ਕਰਦਾ ਸੀ ਜੀ ਕਿ ਇਹ ਜਿਹੜਾ ਮਨੁੱਖਾ ਜਨਮ ਆ ਇਹ ਸਾਨੂੰ ਵੀ ਮਿਲ ਜਾਵੇ, ਕਿਉਂਕਿ ਇਹੋ ਹੀ ਤੇ ਇੱਕ ਜਨਮ ਹੈ ਜਿਸ ਜਨਮ ਦੇ ਵਿੱਚ ਉਹਦਾ ਸਿਮਰਨ ਕਰਕੇ, ਉਹਦੀ ਯਾਦ ਵਿੱਚ ਜੁੜ ਕੇ ਅਸੀਂ ਜੀਵਨ ਨੂੰ ਸਵਾਰ ਸਕਦੇ ਹਾਂ। ਜੀ ਬਿਲਕੁਲ, ਅਸੀਂ ਉਹਦੇ ਨਾਲ ਜੁੜ ਸਕਦੇ ਹਾਂ, ਹੋਰ ਤੇ ਕਿਸੇ ਜਨਮ 'ਚ ਇਹ ਹੋ ਹੀ ਨਹੀਂ ਸਕਦਾ ਜੀ। ਇਸ ਦੇਹੀ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਕਹਿੰਦੇ ਦੇਵਤੇ ਵੀ, ਜਿਨ੍ਹਾਂ ਦੇਵਤਿਆਂ ਦੀ ਮਨੁੱਖ ਪੂਜਾ ਕਰਦਾ, ਉਹ ਦੇਵਤੇ ਵੀ ਇਹ ਅਰਦਾਸਾਂ ਕਰਦੇ ਆ ਵੀ ਸਾਨੂੰ ਇਹਨਾਂ ਮਨੁੱਖਾਂ ਵਰਗਾ ਜਨਮ ਮਿਲ ਜਾਵੇ, ਇਹਨਾਂ ਮਨੁੱਖਾਂ ਵਾਲਾ ਸਰੀਰ ਮਿਲ ਜਾਵੇ, ਅਸੀਂ ਵੀ ਆਪਣਾ ਜੀਵਨ ਜਿਹੜਾ ਨੂੰ ਸਫਲਾ ਕਰ ਲਈਏ, ਸਾਡਾ ਵੀ ਮਿਲਾਪ ਪ੍ਰਮਾਤਮਾ ਨਾਲ ਹੋ ਜਾਵੇ। ਤੇ ਇਸ ਕਰਕੇ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਬੀਤ ਜੈ ਹੈ ਜਨਮ ਆਕਾਜ ਰੇ ਵਿਅਰਥ, ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਾ ਰੇ ਅਜਾਨ। ਕਹਿੰਦਾ ਰੋਜ਼ ਹੀ ਸੁਣਦਾ ਪੜ੍ਹਦਾ, ਅਸੀਂ ਸੁਣਦੇ ਕਦਾ ਕਹਾਣੀਆਂ ਰੋਜ਼। ਸਮਝਤ ਨਾ ਰੇ ਅਜਾਨ, ਕਾਲ ਤੋਂ ਪਹੁੰਚੋ ਆਣ, ਕਹਾਂ ਜਾਹੇ ਭਾਜਰੇ। ਕਾਲ ਨੇ ਤੇਰੇ ਪਿੱਛੇ ਆ ਜਾਣਾ, ਤੂੰ ਕਿੱਥੇ ਭੱਜ ਜਾਣਾ। ਇਸ ਕਰਕੇ ਜਨਮ ਤੇਰਾ ਛੋਟਾ ਤੇ ਤੂੰ ਇਹਨੂੰ ਵਿਅਰਥ ਨਾ ਗਵਾ। ਜੀ ਜਿਸ ਚੀਜ਼ ਦੇ ਪਿੱਛੇ ਤੂੰ ਭੱਜਿਆ ਫਿਰਦਾ ਨਾ, ਜਿਸ ਮਾਇਆ ਦੇ ਪਿੱਛੇ ਤੂੰ ਭੱਜਿਆ ਫਿਰਦਾ, ਉਹ ਕਹਿੰਦੇ ਇਹ ਮਾਇਆ ਵੀ, ਇਹ ਤੇਰਾ ਤਨ ਵੀ, ਇਹ ਸਾਰਾ ਸੰਸਾਰ ਵੀ। ਮੋਹ ਸਾਡਾ ਕਿਹਦੇ ਨਾਲ? ਪੈਸੇ ਨਾਲ ਆ। ਮੋਹ ਸਾਡਾ ਕਿਹਦੇ ਨਾਲ? ਜਾਇਦਾਦਾਂ ਨਾਲ ਆ। ਮੋਹ ਸਾਡਾ ਕਿਹਦੇ ਨਾਲ? ਧੀਆਂ ਪੁੱਤਰਾਂ ਰਿਸ਼ਤੇਦਾਰੀਆਂ ਨਾਲ ਆ। ਕਹਿੰਦੇ ਸਭ ਕੁਝ ਇਹ ਨਾਸ਼ਵਾਨ ਆ, ਸਭ ਕੁਝ ਨਾਸ਼ਵਾਨ ਆ। ਜਗ ਰਚਨਾ ਸਭ ਝੂਠ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਕਹ ਨਾਨਕ ਥਿਰ ਨਾ ਰਹੇ, ਜਿਉ ਬਾਲੂ ਕੀ ਭੀਤ। ਰੇਤ ਦੀ ਬਣਾਈ ਕੰਧ ਕਿੰਨਾ ਚਿਰ ਰਹਿੰਦੀ ਹੈ? ਬਿਲਕੁਲ ਜੀ। ਇਹੋ ਹਸ਼ਰ ਕਹਿੰਦਾ ਤੇਰਾ ਆ ਜੀ। ਸਾਰੰਗ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਕਾਂ ਕੋ ਤਨ ਧਨ ਸੰਪਤ ਕਾਂ ਕੀ, ਜੀ ਕਾਸਿਓ ਨੇਹ ਲਗਾਈ, ਜੋ ਦੀਸੈ ਸੋ ਸਗਲ ਬਿਨਾਸੇ, ਜਿਉ ਬਾਦਰ ਕੀ ਛਾਈ। ਜਿੱਦਾਂ ਬੱਦਲ ਦੀ ਛਾਂ ਹੁੰਦੀ ਨਾ, ਥੋੜਾ ਚਿਰ ਆਉਂਦੀ ਗਾਂ ਨਿਕਲ ਜਾਂਦੀ, ਫਿਰ ਧੁੱਪ ਲੱਗਣ ਲੱਗ ਜਾਂਦੀ। ਬਿਲਕੁਲ ਜੀ ਬਿਲਕੁਲ। ਕਹਿੰਦੇ ਜੀਵਨ ਤਾਂ ਤੇਰਾ ਏਦਾਂ ਦਾ ਆ, ਬੱਦਲ ਦੀ ਛਾਂ ਵਰਗਾ, ਪਤਾ ਨੀ ਕਿਹੜੇ ਵੇਲੇ ਨਿਕਲ ਜਾਣਾ। ਇਹਨੂੰ ਤੇ ਤੂੰ ਮਿਥਿਆ ਜਾਣ, ਇਹਨੂੰ ਝੂਠ ਜਾਣ, ਨਾਸ਼ਵੰਤ ਜਾਣ। ਜੀ ਬਸੰਤ ਰਾਗ ਚ ਫਿਰ ਕਹਿੰਦੇ ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਜਿਹੜਾ ਤੇਰੇ ਅੰਦਰ ਵਸਦਾ ਨਾ ਉਹ ਪ੍ਰਮਾਤਮਾ, ਉਹਨੂੰ ਸੱਚ ਜਾਣ, ਨਾ ਕਿ ਇਹ ਜੋ ਕੁਝ ਤੂੰ ਦੇਖਦਾ ਪਿਆ ਬਾਹਰ ਇਹ ਸੱਚ ਆ, ਇਹ ਸਭ ਕੁਝ ਝੂਠ ਹੈ, ਸਭ ਕੁਝ ਬਿਨਸ ਜਾਣ ਵਾਲਾ। ਇਹਦੇ ਪਿੱਛੇ ਨਾ ਲੱਗ, ਉੱਤੇ ਜਾ। ਜੈਸੇ ਜਲ ਤੇ ਬੁਦਬੁਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ, ਜਿਨ੍ਹਾਂ ਨੂੰ ਅਕਸਰ ਅਸੀਂ ਇੰਨਾ ਕੀ ਕਹਿ ਕੇ ਗੱਲ ਨਿਬੇੜ ਦਿੰਦੇ ਆ ਵੀ ਇਹ ਭੋਗ ਦੇ ਸ਼ਲੋਕ ਹੈ। ਜੀ ਆਪਾਂ ਇੰਨੀ ਕੀ ਗੱਲ ਜਾਣਦੇ ਸਿਰਫ ਵੀ ਇਹ ਭੋਗ ਦੇ ਸ਼ਲੋਕ ਹੈ। ਜੀ ਜੀ ਜੀ। ਗੁਰੂ ਤੇਗ ਬਹਾਦਰ ਸਾਹਿਬ ਦੇ 57 ਇਹ ਸ਼ਲੋਕ ਨੇ, ਜਿਨ੍ਹਾਂ ਦੇ ਵਿੱਚ ਪੂਰੀ ਜੀਵਨ ਜਾਚ ਛੁਪੀ ਪਈ ਹੈ। ਜੀ ਜੀਵਨ ਦੀਆਂ ਜੁਗਤਾਂ ਛੁਪੀਆਂ ਪਈਆਂ। ਸਾਨੂੰ ਇਹ ਜਾਣਨ ਦੀ ਲੋੜ ਹੈ, ਸਾਨੂੰ ਇਹ ਸਿੱਖਿਆ ਲੈਣ ਦੀ ਲੋੜ ਹੈ, ਪਰ ਅਸੀਂ ਇਹਨੂੰ ਕੇਵਲ ਇੰਨਾ ਕੀ ਕਹਿ ਕੇ ਗੱਲ ਨਿਬੇੜ ਦਿੰਦੇ ਆ ਕਿ ਇਹ ਭੋਗ ਦੇ ਸ਼ਲੋਕ ਨੇ। ਜੀ ਸੋ ਸਾਨੂੰ ਉਹਨਾਂ ਦੀ ਰਚਨਾ ਤੋਂ, ਉਹਨਾਂ ਦੀ ਬਾਣੀ ਤੋਂ, ਗੁਰੂ ਸਾਹਿਬਾਂ ਦੇ ਏਡੇ ਏਡੇ ਵੱਡੇ ਤਜਰਬਿਆਂ ਤੋਂ ਸੇਧ ਲੈਣੀ ਚਾਹੀਦੀ। ਜੀ ਬਿਲਕੁਲ। ਮੈਂ ਤੇ ਕਈ ਵਾਰ ਸੋਚਦਾ ਹੁੰਦਾ ਕਿ ਸਾਡਾ ਜੀਵਨ ਬਹੁਤਾ ਜਿਹੜਾ ਉਹ ਤੇ ਮੱਥੇ ਟੇਕਣ ਤੱਕ ਹੀ ਰਹਿ ਗਿਆ, ਤੇ ਆਪਾਂ ਸਤਿਕਾਰ ਬੜਾ ਕਰਦੇ ਆ,
ਸਾਡੇ ਮਨ ਦੇ ਅੰਦਰ ਸ਼ਰਧਾ ਭਾਵ ਬਹੁਤ ਹੈ ਜੀ ਜੀ। ਪਰ ਜਿਹਦੇ ਨਾਲ ਸਾਡਾ ਸ਼ਰਧਾ ਭਾਵ ਆ ਉੱਥੋਂ ਸਾਨੂੰ ਮਿਲਦਾ ਕੀ ਹੈ, ਉੱਥੋਂ ਅਸੀਂ ਜਾਣਨਾ ਕੀ ਹੈ, ਇਸ ਗੱਲ ਨੂੰ ਨਹੀਂ ਅਸੀਂ ਜਾਣਦੇ। ਬਿਲਕੁਲ ਜੀ। ਉਸ ਪਾਸੇ ਨੂੰ ਅਸੀਂ ਤੁਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਨੇ ਜੇ ਲੰਗਰ ਚਲਾਇਆ ਨਾ, ਜਿਹੜਾ ਕਹਿੰਦੇ 20 ਦਾ ਲੰਗਰ ਚਲਾਇਆ ਸੀ, ਅੱਜ ਤੱਕ ਮੁੱਕਦਾ ਨਹੀਂ। ਬਾਬੇ ਨਾਨਕ ਨੇ ਲੰਗਰ ਚਲਾਇਆ ਸੀ ਗਿਆਨ ਦਾ ਲੰਗਰ ਜੀ, ਪਰ ਅਸੀਂ ਪ੍ਰਸ਼ਾਦਿਆਂ ਦੇ ਲੰਗਰ ਨਾਲ ਹੀ ਜੁੜੇ ਰਹੇ। ਅੱਜ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ, ਹੁਣ ਆਪਾਂ ਗੱਲਾਂ ਕਰਦੇ ਪਏ ਉਹਨਾਂ ਦੀ ਬਾਣੀ ਦੀਆਂ, ਬਿਲਕੁਲ ਜੀ, ਤੇ ਇਹ ਲੰਗਰ ਜੇ ਕਿਤੇ ਅਸੀਂ ਛਕ ਲਈਏ ਤੇ ਜੀਵਨ ਤਬਦੀਲ ਹੋ ਜਾਂਦਾ। ਬਿਲਕੁਲ ਜੀ। ਸੋ ਬਹੁਤ ਲੰਬੀ ਗੱਲ ਤਾਂ ਆਪਾਂ ਨਹੀਂ ਕਰ ਸਕਦੇ, ਜਿੰਨਾ ਕੋਲ ਸਾਡੇ ਕੋਲ ਸਮਾਂ। ਇਹ ਸਿੱਧਾ ਨਹੀਂ ਉਹਨਾਂ ਦੀ ਗੱਲ। ਬਹੁਤ ਖੂਬ ਜੀ, ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਆ। ਮੇਰੇ ਖਿਆਲ ਨਾਲ ਜੇ ਸੁਣਨ ਵਾਲੇ ਇਸ ਤੇ ਥੋੜਾ ਜਿਹਾ ਵੀ ਅਸਰ ਕਰਨਗੇ ਤਾਂ ਜ਼ਿੰਦਗੀ ਨੂੰ ਸਫਲ ਬਣਾਇਆ ਜਾ ਸਕਦਾ। ਮੇਰਾ ਅਗਲਾ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਆ। ਉਹਨਾਂ ਦੀ ਸ਼ਹਾਦਤ ਦਾ ਜਿਹੜਾ ਸਮਾਂ ਸੀਗਾ ਉਹ ਕਿਹੋ ਜਿਹਾ ਸੀ? ਉਸ ਦੌਰ ਵਿੱਚ ਉਸ ਸ਼ਹਾਦਤ ਨੂੰ ਕਿਸ ਨਜ਼ਰ ਨਾਲ ਵੇਖਿਆ ਜਾਂਦਾ ਸੀ ਤੇ ਸ਼ਹਾਦਤ ਕਿਵੇਂ ਹੋਈ? ਜਿਵੇਂ ਜੀ, ਕੀ ਵਿਚਾਰ ਨੇ ਤੁਹਾਡੇ? ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ ਆ ਕਿ ਜਦੋਂ ਪਾਤਸ਼ਾਹ ਪੂਰਬ ਵਾਲੇ ਪਾਸੇ ਅਸਾਮ ਦੀ ਧਰਤੀ ਦੇ ਉੱਤੇ ਗਏ ਸੀ ਜੀ ਸਾਹਿਬਜ਼ਾਦੇ ਨੂੰ ਮਿਲ ਕੇ, ਤੇ ਉਹ ਫਿਰ ਜਲਦੀ ਦੇ ਨਾਲ ਪੰਜਾਬ ਵੱਲ ਆ ਗਏ। ਉਦੋਂ ਕਾਰਨ ਇਹੋ ਸੀ ਕਿ ਔਰੰਗਜ਼ੇਬ ਨੇ ਆਪਣੀਆਂ ਕੱਟੜ ਨੀਤੀਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਂਜੀ, ਐਲਾਨ ਕਰ ਦਿੱਤਾ ਸੀ ਔਰੰਗਜ਼ੇਬ ਨੇ ਕਿ ਪੂਰੇ ਹਿੰਦੁਸਤਾਨ ਨੂੰ ਇਸਲਾਮ ਦੇ ਘੇਰੇ ਦੇ ਵਿੱਚ ਲੈ ਕੇ ਆਉਣਾ। ਜੀ, ਵਿਚਾਰਾਂ ਇਹ ਹੋ ਰਹੀਆਂ ਸੀ ਕਿ ਇਹਨਾਂ ਨੀਤੀਆਂ ਨੂੰ, ਇਹਨਾਂ ਕੱਟੜ ਨੀਤੀਆਂ ਨੂੰ ਕਿਹੜੇ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਸਾਰਾ ਹਿੰਦੁਸਤਾਨ ਜਿਹੜਾ ਇਸਲਾਮ ਦੇ ਘੇਰੇ ਵਿੱਚ ਆ ਜਾਵੇ, ਹਰ ਕਿਸੇ ਨੂੰ ਮੁਸਲਮਾਨ ਬਣਾ ਲਿਆ ਜਾਵੇ। ਜੀ, ਤੇ ਫਿਰ ਉਹਨਾਂ ਵਿਚਾਰਾਂ ਦੇ ਵਿੱਚੋਂ ਸਿੱਟਾ ਉਹਨਾਂ ਇਹ ਕੱਢਿਆ ਸੀ ਕਿ ਜਿਹੜੇ ਇਸ ਕੌਮ ਨੂੰ ਅਗਵਾਈ ਦੇਣ ਵਾਲੇ ਨੇ, ਵਿਦਵਾਨ ਲੋਕ ਨੇ, ਉਹ ਜਾਂ ਤਾਂ ਇੱਧਰ ਆਗਰੇ ਦੀ ਧਰਤੀ ਵੱਲ ਰਹਿੰਦੇ ਨੇ, ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਤੇ ਜਾਂ ਫਿਰ ਕਸ਼ਮੀਰ ਦੀ ਧਰਤੀ ਤੇ ਰਹਿੰਦੇ ਨੇ। ਹੁਣ ਕਸ਼ਮੀਰ ਹਿੰਦੁਸਤਾਨ ਦਾ ਸਿਰਾ ਹੈ ਜੀ, ਤੇ ਫੈਸਲਾ ਇਹ ਕੀਤਾ ਕਿ ਇੱਕ ਸਿਰੇ ਤੋਂ ਸ਼ੁਰੂ ਕਰਕੇ, ਕਿਉਂਕਿ ਇੱਥੇ ਵਿਦਵਾਨ ਪੰਡਤ ਰਹਿੰਦੇ ਨੇ ਕਸ਼ਮੀਰ ਦੇ ਵਿੱਚ, ਤੇ ਕੰਮ ਜਿਹੜਾ ਕਸ਼ਮੀਰ ਤੋਂ ਸ਼ੁਰੂ ਹੋਣਾ ਚਾਹੀਦਾ ਜੀ। ਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ, ਕਹਿੰਦੇ ਨੇ ਕਾਮ ਦੰਦ ਕਥਿਆ ਕਿ ਔਰੰਗਜ਼ੇਬ 1.25 ਮਣ ਜਨੇਊ ਲਾ ਕੇ ਤੇ ਫੇਰ ਸ਼ਾਮ ਨੂੰ ਰੋਟੀ ਖਾਂਦਾ ਸੀ। ਭਾਵ ਕਿ ਉਹ 1.25 ਮਣ ਜਾਂ ਤੇ ਉਹਨਾਂ ਨੂੰ ਕਤਲ ਕਰਦਾ ਸੀ ਕਿ ਸਹਿਮਤ ਨਹੀਂ ਸੀ ਕੋਈ ਧਰਮ ਤਬਦੀਲ ਕਰਨ ਵਾਸਤੇ, ਤੇ ਜਾਂ ਫਿਰ ਉਹਨਾਂ ਦਾ ਧਰਮ ਤਬਦੀਲ ਕਰ ਦਿੰਦਾ ਸੀ, ਜਨੇਊ ਲਵਾ ਲੈਂਦਾ ਸੀ। ਜੀ, ਇਹ ਆਮ ਇੱਕ ਕਥਾ ਕਹਾਣੀ ਚੱਲਦੀ ਹੈ। ਉਸ ਵੇਲੇ ਦੇ ਜਿਹੜੇ ਪੰਡਤ ਆ ਉਹ ਦੁਖੀ ਹੋ ਗਏ ਕਿ ਹੁਣ ਚਾਰਾ ਕੋਈ ਨਹੀਂ ਚੱਲਦਾ। ਦੇਵੀ ਦੇਵਤਿਆਂ ਦੇ ਅੱਗੇ ਅਰਜ਼ੋਈਆਂ ਕੀਤੀਆਂ, ਹਰ ਥਾਂ ਤੇ ਹੱਥ ਪੈਰ ਜੋੜੇ, ਪਰ ਜਦੋਂ ਕੋਈ ਪੇਸ਼ ਨਹੀਂ ਗਈ ਜੀ, ਤਾਂ 9ਵੇਂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਬੇਨਤੀ ਕੀਤੀ। ਪੰਡਤ ਕਿਰਪਾ ਰਾਮ ਜੀ ਉਹਨਾਂ ਦੀ ਅਗਵਾਈ ਕਰਦੇ ਸੀ, ਕਿਉਂਕਿ ਪੰਡਤ ਕਿਰਪਾ ਰਾਮ ਇਸ ਗੁਰੂ ਘਰ ਦੀਆਂ ਜਿਹੜੇ ਕਾਰਜ ਸੀਗੇ ਉਹਨਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸੀ। ਜੀ, ਉਹਨਾਂ ਨੇ ਕਿਹਾ ਸੀ ਕਿ ਸਾਡੀ ਧਰਮ ਦੀ ਰੱਖਿਆ ਜੇ ਕੋਈ ਅੱਜ ਕਰ ਸਕਦਾ ਤੇ ਉਹ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬੈਠਾ ਜਿਹੜਾ 9ਵਾਂ ਗੁਰੂ ਤੇਗ ਬਹਾਦਰ ਅਨੰਦਪੁਰ ਦੀ ਧਰਤੀ ਦੇ ਉੱਤੇ ਉਹ ਕਰ ਸਕਦਾ। ਜੀ, ਤੇ ਉਹ ਫਿਰ ਪੰਡਤਾਂ ਦਾ ਇੱਕ ਵਫਦ ਲੈ ਕੇ ਕਸ਼ਮੀਰ ਤੋਂ ਚੱਲ ਕੇ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਾ ਸੀ। ਦਰਬਾਰ ਲੱਗੇ ਦੇ ਵਿੱਚ ਜਦੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ 9ਵੇਂ ਪਾਤਸ਼ਾਹ ਨੂੰ ਕਿ ਪਾਤਸ਼ਾਹ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਹੋ ਗਿਆ, ਔਰੰਗਜ਼ੇਬ ਨੇ ਬਹੁਤ ਕੱਟੜਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ, ਸਭ ਨੂੰ ਮੁਸਲਮਾਨ ਬਣਾ ਰਿਹਾ, ਜਬਰੀ ਜਨੇਊ ਲਵਾ ਰਿਹਾ, ਤੇ ਤੁਸੀਂ ਸਾਡੇ ਤੇ ਕਿਰਪਾ ਕਰੋ, ਤੁਸੀਂ ਸਾਡੇ ਧਰਮ ਨੂੰ ਬਚਾ ਸਕਦੇ ਜੋ, ਹੋਰ ਕੋਈ ਨਹੀਂ ਬਚਾ ਸਕਦਾ। ਤੇ ਪਾਤਸ਼ਾਹ ਇਸ ਗਹਿਰ ਗੰਭੀਰਤਾ ਦੇ ਮੁੱਦੇ ਦੇ ਉੱਤੇ ਵਿਚਾਰ ਰਹੇ ਸੀ, ਸੋਚ ਰਹੇ ਸੀ। ਜਦੋਂ ਉਹਨਾਂ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦਰਬਾਰ ਦੇ ਵਿੱਚ ਦਾਖਲ ਹੋਏ, ਪਿਤਾ ਜੀ ਨੂੰ ਵੇਖਿਆ ਕਿ ਸੋਚਾਂ ਵਿਚਾਰਾਂ ਦੇ ਵਿੱਚ ਪਏ ਹੋਏ, ਪੁੱਛ ਲਿਆ, ਪਿਤਾ ਜੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ? ਕਿਉਂਕਿ 9 ਸਾਲ ਦਾ ਬੱਚਾ, 8.5 9 ਸਾਲ ਦਾ ਬੱਚਾ,
ਉਹ ਤੇ ਜਦੋਂ ਕੋਈ ਅਜੀਬ ਬਾਣੇ ਦੇ ਵਿੱਚ ਜਾਂ ਜਿੱਦਾਂ ਦੇ ਲੋਕ ਉਹਨੇ ਬਹੁਤੀ ਤਾਦਾਦ ਦੇ ਵਿੱਚ ਨਹੀਂ ਵੇਖੇ ਹੁੰਦੇ, ਉਹ ਪੰਡਤ ਆਏ ਹੋਣਗੇ, ਸਾਰੇ ਬੋਤੀਆਂ ਵਾਲੇ ਪੰਡਤ ਹੋਣਗੇ, ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਹੋਊਗਾ, ਜੀ ਜੀ ਤੇ ਵੇਖ ਕੇ ਹੈਰਾਨ ਹੋ ਗਏ ਤੇ ਪੁੱਛ ਲਿਆ ਕਿ ਪਿਤਾ ਜੀ ਇਹ ਲੋਕ ਕੌਣ ਨੇ ਜਿਹੜੇ ਆਏ ਨੇ, ਤੇ ਹਾਂਜੀ ਤੁਸੀਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਹੋ। ਹੂੰ ਜਦੋਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇਹਨਾਂ ਨੂੰ ਦੁਖੀ ਕੀਤਾ ਸਮੇਂ ਦੇ ਹਾਕਮ ਔਰੰਗਜ਼ੇਬ ਨੇ, ਇਹਨਾਂ ਦੇ ਧਰਮ ਨੂੰ ਖਤਰਾ ਹੋ ਗਿਆ, ਔਰ ਇਹਨਾਂ ਦਾ ਧਰਮ ਜਿਹੜਾ ਤਾਂ ਬਚ ਸਕਦਾ ਜੇ ਕੋਈ ਇਸ ਵੇਲੇ ਮਹਾਂਪੁਰਖ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀ ਦੇ। ਹੂੰ ਤੇ ਬਾਲ ਗੋਬਿੰਦ ਰਾਏ ਨੇ ਉਸੇ ਵੇਲੇ ਕਹਿ ਦਿੱਤਾ ਸੀਗਾ ਕਿ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ। ਤੇ ਜੀ ਪਾਤਸ਼ਾਹ ਬੜੇ ਪ੍ਰਸੰਨ ਹੋਏ ਸੀ ਕਿ ਮੇਰਾ ਪੁੱਤਰ ਹੁਣ ਇਸ ਗੱਦੀ ਨੂੰ ਸੰਭਾਲਣ ਦੇ ਯੋਗ ਹੈਗਾ। ਉਹ ਕਾਰਜ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਵਿੱਢੇ ਸੀਗੇ ਜੀ ਉਹਨਾਂ ਨੂੰ ਕਰਨ ਦੇ ਯੋਗ ਹੋ ਗਿਆ। ਹੂੰ ਉਹਨਾਂ ਨੇ ਪਰਿਵਾਰ ਨੂੰ ਬੁਲਾਇਆ, ਮੁਖੀ ਸਿੱਖਾਂ ਨੂੰ ਬੁਲਾਇਆ, ਸਲਾਹ ਮਸ਼ਵਰਾ ਕੀਤਾ। ਤੇ ਮੈਂ ਜ਼ਿਆਦਾ ਲੰਬਾ ਨਾ ਕਰਾਂ ਕਿ ਉਹਨਾਂ ਨੇ ਦਿੱਲੀ ਵੱਲ ਦੀ ਧਰਤੀ ਨੂੰ ਆਪ ਚਾਲੇ ਪਾ ਦਿੱਤੇ ਆਪਣੀ ਕੁਰਬਾਨੀ ਦੇਣ ਵਾਸਤੇ। ਜੀ ਅੱਜ ਤੱਕ ਇਹ ਤੇ ਹੋਇਆ ਕਿ ਕੋਈ ਕਤਲ ਕਰਨ ਵਾਲਾ ਜਿਹਦਾ ਕਤਲ ਕਰਨਾ ਉਹਦੇ ਕੋਲ ਜਾਵੇ, ਪਰ ਕਦੀ ਇਹ ਨਹੀਂ ਹੋਇਆ ਕਿ ਜਿਹਨੇ ਕਤਲ ਹੋਣਾ ਹੋਵੇ ਉਹ ਕਤਲ ਕਰਨ ਵਾਲੇ ਦੇ ਵੱਲ ਨੂੰ ਚੱਲ ਪਏ। ਹੂੰ ਇਹ ਇੱਕ ਅਜੀਬੋ-ਅਜੀਬ ਘਟਨਾ ਸੀ ਕਿ ਦਿੱਲੀ ਵੱਲ ਨੂੰ ਉਹਨਾਂ ਨੇ ਆਪ ਚਾਲੇ ਪਾ ਦਿੱਤੇ। ਆਗਰੇ ਤੋਂ ਕਹਿੰਦੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਔਰੰਗਜ਼ੇਬ ਨੇ ਇਹ ਹੁਕਮ ਕਰ ਦਿੱਤਾ ਕਿ ਜਦੋਂ ਲੋਕਾਂ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ ਵੀ ਇਹ ਗੁਰੂ ਜੀ ਜਿਵੇਂ ਜਿੱਧਰੋਂ ਆ ਰਹੇ ਨੇ ਉਹ ਕਾਫੀ ਲੰਬਾ ਸਮਾਂ ਹੋ ਗਿਆ ਅਨੰਦਪੁਰ ਸਾਹਿਬ ਤੋਂ ਚੱਲੇ ਆ, ਜਿੱਥੇ ਕਿਤੇ ਠਹਿਰਦੇ ਉੱਥੇ ਸੰਗਤਾਂ ਵਹੀਰਾਂ ਘੱਟ ਕੇ ਉੱਥੇ ਪਹੁੰਚ ਜਾਂਦੀਆਂ, ਤੇ ਇਸ ਗੱਲ ਦੀ ਬੜੀ ਚਰਚਾ ਹੋਣ ਲੱਗੀ। ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਜੀ ਆਗਰੇ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਦਿੱਲੀ ਲਿਆਂਦਾ ਗਿਆ, ਬਹੁਤ ਤਸੀਹੇ ਦਿੱਤੇ ਨੇ। ਜੀ ਕਹਿੰਦੇ ਨੇ ਕਿ 4 ਨਵੰਬਰ ਨੂੰ ਜਿਹੜਾ ਉੱਥੇ ਦਾ ਸੂਬੇਦਾਰ ਸੀ ਨਾ ਸਾਫੀ ਖਾਨ, ਜੀ ਪਹਿਲੀ ਪੇਸ਼ੀ ਉਹਦੇ ਕੋਲ ਹੋਈ ਹੈ। ਨੌਵੇਂ ਪਾਤਸ਼ਾਹ ਦੀ ਪਹਿਲੀ ਪੇਸ਼ੀ ਉਹਦੇ ਕੋਲ ਹੋਈ ਆ। ਤੇ ਸਾਫੀ ਖਾਨ ਨੇ ਬੜੇ ਨਰਮ ਵਤੀਰੇ ਦੇ ਵਿੱਚ ਪਹਿਲਾਂ ਪੁੱਛਿਆ ਕਿ ਗੁਰੂ ਜੀ ਤੁਹਾਨੂੰ ਲੋਕ ਗੁਰੂ ਜੀ ਕਹਿੰਦੇ ਨੇ, ਤੁਹਾਨੂੰ ਲੋਕ ਪੀਰ ਜੀ ਕਹਿੰਦੇ ਨੇ, ਤੇ ਤੁਸੀਂ ਫਿਰ ਇਸ ਤਰ੍ਹਾਂ ਕਰੋ ਵੀ ਸਾਨੂੰ ਕੋਈ ਕਰਾਮਾਤ ਵਿਖਾਓ। ਤੇ ਪਾਤਸ਼ਾਹ ਕਹਿੰਦੇ ਕਰਾਮਾਤ ਜਿਹੜੀ ਵਿਖਾਉਣੀ ਆ ਉਹ ਤੇ ਹਉਮੈ ਦਾ ਪ੍ਰਗਟਾਵਾ ਕਰਨ ਦੀ ਗੱਲ ਹੁੰਦੀ ਹੈ ਜੀ। ਇਹਦਾ ਭਗਤੀ ਨਾਲ ਤੇ ਕੋਈ ਸੰਬੰਧ ਨਹੀਂ ਜੀ, ਇਹਦਾ ਪੀਰੀ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਮੈਂ ਕਰਾਮਾਤ ਜਿਹੜੀ ਉਹ ਨਹੀਂ ਦਿਖਾਉਂਦਾ। ਪਰ ਸਾਫੀ ਖਾਨ ਨੇ ਤੇ ਸ਼ਾਇਦ ਇਸ ਗੱਲ ਦਾ ਗੁੱਸਾ ਨਾ ਕੀਤਾ ਹੋਵੇ। ਕੋਲ ਕਾਜੀ ਵੋਹਰਾ ਖੜਾ ਸੀ, ਉਹਨੇ ਇਹ ਗੱਲ ਬੜੀ ਚੁੱਕ ਕੇ ਕੀਤੀ, ਭੜਕਾਉਣ ਦੀ ਕੋਸ਼ਿਸ਼ ਕੀਤੀ ਸੂਬੇਦਾਰ ਨੂੰ ਕਿ ਮਹਾਰਾਜ ਦੇਖੋ ਤੁਹਾਨੂੰ ਇਹਨਾਂ ਦਾ ਗੁਰੂ ਜਿਹੜਾ ਇਹ ਬੜੀ ਚੜ ਕੇ ਗੱਲ ਕਰਦਾ, ਤੁਹਾਡੇ ਦੇ ਉੱਪਰ ਚੜ ਕੇ ਗੱਲ ਕਰਦਾ, ਤੁਹਾਨੂੰ ਬੜੇ ਬੋਲ ਕਬੋਲ ਬੋਲਦਾ ਪਿਆ ਜੀ। ਪਰ ਸਾਫੀ ਖਾਨ ਕਹਿੰਦੇ ਨੇ ਕਿ ਫਿਰ ਵੀ ਨਰਮ ਰਿਹਾ, ਕੋਤਵਾਲ ਭੇਜ ਦਿੱਤਾ। ਫਿਰ ਅਗਲੇ ਦਿਨ ਜਿਹੜੀ ਦੁਬਾਰਾ ਫਿਰ 5 ਤਰੀਕ ਨੂੰ ਪੇਸ਼ੀ ਹੋਈ, ਫਿਰ ਇਹੋ ਹੀ ਸਵਾਲ ਹੋਇਆ ਕਿ ਤੁਸੀਂ ਸਾਨੂੰ ਕੋਈ ਕਰਾਮਾਤ ਦਿਖਾਓ ਜਾਂ ਫਿਰ ਇਸਲਾਮ ਮਤ ਧਾਰਨ ਕਰ ਲਓ ਜੀ, ਤੇ ਜੇ ਨਹੀਂ ਤੇ ਫਿਰ ਸਾਡਾ ਸਖਤ ਵਤੀਰਾ, ਅਸੀਂ ਤੁਹਾਨੂੰ ਕਤਲ ਕਰਾਂਗੇ, ਅਸੀਂ ਤੁਹਾਡਾ ਸੀਸ ਵੀ ਧੜ ਨਾਲੋਂ ਅਲੱਗ ਕਰ ਸਕਦੇ ਹਾਂ, ਅਸੀਂ ਤੁਹਾਨੂੰ ਤਸੀਹੇ ਦੇ ਦੇ ਕੇ ਸ਼ਹੀਦ ਵੀ ਕਰ ਸਕਦੇ ਹਾਂ, ਇਸ ਕਰਕੇ ਤੁਸੀਂ ਇਸਲਾਮ ਕਬੂਲ ਕਰ ਜੀ। ਤੇ ਫਿਰ ਨੌਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਇਹ ਡਰਾਵੇ ਜਿਹੜੇ ਆ ਇਹ ਰੋਕ ਨਹੀਂ ਸਕਦੇ ਜੀ। ਧਰਮ ਦਾ ਕਾਰਜ ਕਰਨ ਵਾਲਿਆਂ ਦੇ ਰਸਤੇ ਦੀ ਇਹ ਜਿਹੜਾ ਕੂੜ ਹੈ, ਇਹ ਜਿਹੜਾ ਤੁਸੀਂ ਸਾਨੂੰ ਡਰਾਵੇ ਦੇ ਰਹੇ ਹੋ, ਇਹ ਰੋਕ ਨਹੀਂ ਸਕਦੇ। ਕਿਉਂਕਿ ਪਾਤਸ਼ਾਹ ਤੇ ਆਪ ਹੀ ਪ੍ਰਚਾਰ ਇਸੇ ਗੱਲ ਤਾਂ ਕਰੀ ਜਾ ਰਹੀ ਸੀਗੀ, ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨ ਧਿਆਨ, ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਸਾਫੀ ਖਾਨ ਦੇ ਡਰਾਵਿਆਂ ਦਾ ਉਹਨਾਂ ਦੇ ਉੱਤੇ ਕੀ ਅਸਰ ਹੋ ਸਕਦਾ ਸੀ? ਬਿਲਕੁਲ। ਫੇਰ ਕੋਤਵਾਲੀ ਚ ਭੇਜ ਦਿੱਤਾ। ਅਗਲੇ ਦਿਨ ਫੇਰ ਗੁਰੂ ਜੀ ਨੂੰ ਤਾਂ ਨਹੀਂ ਲਿਆਂਦਾ ਕੋਤਵਾਲੀ ਤੋਂ, ਦਰੋਗੇ ਨੂੰ ਨਾਲ ਲੈ ਕੇ ਉਹ ਕਾਜੀ ਆਪ ਪਹੁੰਚ ਗਿਆ ਕੋਤਵਾਲੀ। ਸਖਤ ਵਤੀਰੇ ਦੇ ਵਿੱਚ ਦਰੋਗੇ ਨੂੰ ਇਹ ਹੁਕਮ ਕਰ ਦਿੱਤਾ ਕਿ ਵੱਧ ਤੋਂ ਵੱਧ ਤਸੀਹੇ ਇਸ ਗੁਰੂ ਨੂੰ ਦੇਣੇ ਆ, ਇਸਲਾਮ ਕਬੂਲ ਕਰਾਉਣਾ ਆ, ਤੇ ਨਹੀਂ ਤੇ ਇਹਨਾਂ ਨੂੰ ਸ਼ਹੀਦ ਕਰ ਦੇਣਾ ਜੀ। ਇਸ ਤਰ੍ਹਾਂ ਹੀ ਹੋਇਆ। 3 ਦਿਨ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਤਸੀਹੇ ਦਿੱਤੇ ਆ, ਇੱਥੋਂ ਤੱਕ ਕਿ
ਤੱਤੇ ਥੰਮ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਲਾਇਆ ਗਿਆ ਇਸਲਾਮ ਕਬੂਲ ਕਰਾਉਣ ਵਾਸਤੇ। ਪਰ ਜਦੋਂ ਕੋਈ ਪੇਸ਼ ਨਹੀਂ ਗਈ ਤੇ ਫਿਰ ਫੈਸਲਾ ਇਹ ਕੀਤਾ ਕਿ ਇਹਨਾਂ ਦੇ ਨਾਲ ਜਿਹੜੇ ਸਿੰਘ ਆਏ ਨੇ ਸਿੱਖ, ਉਹਨਾਂ ਨੂੰ ਇਹਨਾਂ ਦੇ ਸਾਹਮਣੇ ਕਤਲ ਕਰੋ ਜੀ, ਵਾਰੀ-ਵਾਰੀ ਕਤਲ ਕਰੋ। ਹੋ ਸਕਦਾ ਜਦੋਂ ਇਹਨਾਂ ਦੇ ਪਿਆਰੇ ਸਿੱਖ ਕਤਲ ਕੀਤੇ ਜਾਣਗੇ ਵਾਰੀ-ਵਾਰੀ ਤੇ ਇਹ ਡਰ ਜਾਣ ਤੇ ਡਰਦੇ ਹੋਏ ਇਸਲਾਮ ਕਬੂਲ ਕਰ ਲੈਣ। ਜੇ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ ਤੇ ਪੰਡਤਾਂ ਨੇ ਤੇ ਵਾਅਦਾ ਕੀਤਾ ਸੀਗਾ, ਕਸ਼ਮੀਰੀ ਪੰਡਤਾਂ ਨੇ, ਵੀ ਸਾਡਾ ਉਹ ਗੁਰੂ ਆ, ਜੇ ਉਹ ਕਰ ਲਵੇ ਇਸਲਾਮ ਕਬੂਲ ਤੇ ਅਸੀਂ ਸਾਰੇ ਹੀ ਇਸਲਾਮ ਧਾਰਨ ਕਰ ਲਵਾਂਗੇ ਜੀ, ਤੇ ਫਿਰ ਤੇ ਕੰਮ ਹੀ ਬੜਾ ਸੌਖਾ ਹੋ ਗਿਆ। ਹੁਣ ਉਹਨਾਂ ਨੇ ਇਹੋ ਹੀ ਕੰਮ ਕੀਤਾ ਕਿ ਲਿਆ ਕੇ ਕੋਤਵਾਲੀ ਚੋਂ ਬਾਹਰ ਇੱਕ ਰੁੱਖ ਦੇ ਥੱਲੇ ਗੁਰੂ ਜੀ ਨੂੰ ਬਿਠਾ ਦਿੱਤਾ। ਉਹਨਾਂ ਦੇ ਸਾਹਮਣੇ ਵਾਰੀ-ਵਾਰੀ ਉਹਨਾਂ ਤਿੰਨਾਂ ਸਿੱਖਾਂ ਨੂੰ ਲਿਆਂਦਾ। ਪਹਿਲੇ ਭਾਈ ਮਤੀ ਦਾਸ ਸੀਗੇ, ਉਹਨਾਂ ਨੂੰ ਗੁਰੂ ਜੀ ਦੇ ਸਾਹਮਣੇ ਪਹਿਲਾਂ ਇਹ ਗੱਲ ਪੁੱਛੀ ਹੈ ਵੀ ਭਾਈ ਇਸਲਾਮ ਕਬੂਲ ਕਰੋ ਤੇ ਜਾਂ ਮੌਤ ਕਬੂਲ ਕਰੋ ਜੀ। ਉਹਨਾਂ ਕਿਹਾ ਮੌਤ ਤੇ ਕਬੂਲ ਹੈ ਪਰ ਧਰਮ ਤਬਦੀਲੀ ਬਿਲਕੁਲ ਕਬੂਲ ਨਹੀਂ ਜੀ। ਕਹਿੰਦੇ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਤੇ ਆਖਰੀ ਇੱਛਾ ਆਪਣੀ ਦੱਸ ਦਿਓ। ਕਹਿੰਦੇ ਆਖਰੀ ਇੱਛਾ ਮੇਰੀ ਇਹੋ ਹੀ ਆ ਵੀ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ ਜੀ। ਉਹਨਾਂ ਨੇ ਬੰਨ ਕੇ ਲੱਕੜਾਂ ਦੇ ਵਿੱਚ ਟਾਈਟ ਕਰਕੇ ਤੇ ਆਰਾ ਸੀਸ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਦੁਫਾੜ ਸਰੀਰ ਨੂੰ ਗੁਰੂ ਜੀ ਦੇ ਸਾਹਮਣੇ ਕੀਤਾ, ਪਰ ਉਹ ਭਾਈ ਮਤੀ ਦਾਸ, ਉਹ ਸੂਰਮਾ, ਉਹ ਗੁਰੂ ਦਾ ਪਿਆਰਾ ਸਿੱਖ ਡੋਲਿਆ ਨਹੀਂ, ਸ਼ਹਾਦਤ ਦੇ ਗਿਆ ਪਰ ਧਰਮ ਦੀ ਤਬਦੀਲੀ ਨਹੀਂ ਕੀਤੀ। ਵਾਹ ਜੀ। ਦੂਜੇ ਨੰਬਰ ਤੇ ਭਾਈ ਦਿਆਲਾ ਜੀ, ਉਹਨਾਂ ਨੂੰ ਲੈ ਕੇ ਆਏ ਸਾਹਮਣੇ, ਉਹਨਾਂ ਨੂੰ ਇਹੋ ਹੀ ਸਵਾਲ ਕੀਤੇ, ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ। ਮੌਤ ਕਬੂਲ ਹੈ, ਧਰਮ ਤਬਦੀਲੀ ਕਬੂਲ ਨਹੀਂ। ਭਾਈ ਦਿਆਲਾ ਜੀ ਦਾ ਵੀ ਇਹੋ ਹੀ ਜਵਾਬ। ਭੱਠੀ ਦੇ ਉੱਤੇ ਦੇਗ ਪਾਣੀ ਭਰ ਕੇ ਗਰਮ ਕਰਾਈ, ਉਬਲਦੇ ਪਾਣੀ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਿਠਾਇਆ, ਸ਼ਹੀਦ ਕਰ ਦਿੱਤਾ ਜੀ, ਪਰ ਉਹ ਵੀ ਸੂਰਮਾ ਡੋਲਿਆ ਨਹੀਂ। ਤੀਸਰੇ ਭਾਈ ਸਤੀ ਦਾਸ ਜੀ, ਜਿਹੜੇ ਭਾਈ ਮਤੀ ਦਾਸ ਜੀ ਦੇ ਭਰਾ ਹੀ ਨੇ, ਉਹਨਾਂ ਨੂੰ ਲਿਆਂਦਾ, ਉਹਨਾਂ ਦੇ ਵਾਲੇ ਰੂੰ ਬੰਨ ਕੇ ਜਿਉਂਦਿਆਂ ਅੱਗ ਲਾਈ ਗਈ, ਸ਼ਹੀਦ ਕਰ ਦਿੱਤਾ ਗਿਆ ਜੀ। ਹੁਣ ਤਿੰਨ ਸਿੱਖ ਗੁਰੂ ਜੀ ਦੇ ਸਾਹਮਣੇ ਇਸ ਕਰਕੇ ਸ਼ਹੀਦ ਕਰ ਦਿੱਤੇ ਗਏ ਕਿ ਸ਼ਾਇਦ ਗੁਰੂ ਡਰ ਜਾਵੇ, ਇਸਲਾਮ ਕਬੂਲ ਕਰ ਲਵੇ। ਹੁਣ ਤੇ ਗੱਲ ਇਹ ਪੱਕੀ ਹੋ ਚੱਕੀ ਸੀ ਉਹਨਾਂ ਵਾਸਤੇ, ਜ਼ਾਲਮਾਂ ਵਾਸਤੇ, ਵੀ ਜਿਨ੍ਹਾਂ ਦੇ ਸਿੱਖ ਏਡੇ ਪੱਕੇ ਆ, ਇੰਨੇ ਤਸੀਹੇ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਧਰਮ ਤਬਦੀਲੀ ਨਹੀਂ ਕੀਤੀ ਤੇ ਇਹਨਾਂ ਦਾ ਗੁਰੂ ਨਹੀਂ ਕਰੂਗਾ ਜੀ। ਇਹ ਇੱਕ ਸਿੱਖਾਂ ਦਾ ਸ਼ਹੀਦ ਹੋ ਜਾਣਾ ਪਰ ਧਰਮ ਤਬਦੀਲੀ ਨਾ ਕਰਨਾ ਉਸ ਵੇਲੇ ਦੇ ਕਾਜ਼ੀ ਔਰ ਸੂਬੇਦਾਰ ਵਾਸਤੇ ਬੜੀ ਸ਼ਰਮਨਾਕ ਹਾਰ ਸੀ ਜੀ ਜੀ। ਗੁੱਸੇ ਦੇ ਵਿੱਚ ਕਾਜ਼ੀ ਨੇ ਇਹ ਫਤਵਾ ਦੇ ਦਿੱਤਾ ਕਿ ਇਹਨਾਂ ਦਾ ਸਿਰ ਕਲਮ ਕਰੋ, ਗੁਰੂ ਦਾ ਸਿਰ ਕਲਮ ਕਰੋ ਜੀ, ਤੇ ਧੜ ਦੇ 4 ਟੋਟੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਤੇ ਟੰਗ ਦਿਓ। ਮੇਨ 4 ਦਰਵਾਜ਼ੇ ਦਿੱਲੀ ਦੇ, ਜਿਹੜੇ ਅੱਜ ਵੀ ਉਹ ਅਜਮੇਰੀ ਦਰਵਾਜ਼ਾ, ਦਿੱਲੀ ਦਰਵਾਜ਼ਾ, ਲਾਹੌਰੀ ਦਰਵਾਜ਼ਾ ਤੇ ਕਸ਼ਮੀਰੀ ਦਰਵਾਜ਼ਾ, ਉੱਥੇ ਟੰਗ ਦਿਓ ਤਾਂ ਕਿ ਲੋਕ ਉੱਥੋਂ ਲੰਘਦੇ ਆ ਵੇਖਣ ਤੇ ਜਿਹੜੇ ਇਸਲਾਮ ਦੀ ਵਿਰੋਧਤਾ ਕਰਨ ਵਾਲੇ ਆ ਉਹਨਾਂ ਨੂੰ ਇੱਕ ਸਬਕ ਮਿਲ ਜਾਵੇ। ਲੋਕ ਡਰਦੇ ਮਾਰੇ ਇਸਲਾਮ ਜਿਹੜਾ ਉਹ ਕਬੂਲ ਕਰ ਲੈਣ। ਬੜੇ ਲਾਲਚ ਦਿੱਤੇ ਗਏ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੇ ਵੇਖੋ ਜਾਨ ਐਵੇਂ ਅਜਾਈ ਨਾ ਗਵਾਓ। ਤੁਹਾਡੇ ਸਾਹਮਣੇ ਤੁਹਾਡੇ 3 ਸਿੱਖ ਚਲੇ ਗਏ ਆ, ਤੁਹਾਡੀ ਵੀ ਜਾਨ ਜਿਹੜੀ ਆ ਹੁਣ ਬਖਸ਼ੀ ਨਹੀਂ ਜਾਵੇਗੀ। ਜਾਂ ਤੇ ਇਸਲਾਮ ਕਬੂਲ ਕਰ ਲਓ, ਜਾਂ ਕਰਾਮਾਤ ਦਿਖਾਓ, ਤੇ ਜਾਂ ਫਿਰ ਮੌਤ ਵਾਸਤੇ ਤਿਆਰ ਹੋ। ਤੇ 9ਵੇਂ ਪਾਤਸ਼ਾਹ ਨੇ ਵੀ ਮੌਤ ਹੀ ਕਬੂਲ ਕੀਤੀ ਹੈ, ਧਰਮ ਤਬਦੀਲੀ ਕਬੂਲ ਨਹੀਂ ਕੀਤੀ ਜੀ। ਕਿਆ ਇਹ ਵਿਡੰਬਣਾ, ਕਿਆ ਇਹ ਸੰਜੋਗ ਕਿ 9ਵੇਂ ਪਾਤਸ਼ਾਹ ਉਸ ਧਰਮ ਵਾਸਤੇ ਉੱਥੇ ਸ਼ਹੀਦ ਹੋ ਗਏ। ਜਲਾਦ ਨੇ ਮਿੰਟ ਨਹੀਂ ਲਾਇਆ, ਆਪਣੀ ਤਲਵਾਰ ਦੇ ਨਾਲ 9ਵੇਂ ਪਾਤਸ਼ਾਹ ਦਾ ਸਿਰ ਜਿਹੜਾ ਸੀਸ ਉਹ ਧੜ ਤੋਂ ਅਲੱਗ ਕਰ ਦਿੱਤਾ। ਤੇ ਉਸ ਸ਼ਹਾਦਤ ਤੋਂ ਬਾਅਦ ਗੁਰੂ ਦੇ ਸਿੱਖ ਜਿਹੜੇ ਨਾਲ ਆਏ ਸੀ, ਕੁਝ ਤੇ ਗੁਰੂ ਜੀ ਦੇ ਨਾਲ ਗ੍ਰਿਫਤਾਰ ਹੋ ਗਏ, ਕੁਝ ਅਜੇ ਉੱਥੇ ਸ਼ਹਿਰ ਦੇ ਵਿੱਚ ਸੀਗੇ ਜਿਨ੍ਹਾਂ ਨੇ ਉਪਰਾਲਾ ਕੀਤਾ, ਕਿਉਂਕਿ ਸ਼ਾਮ ਦਾ ਵਕਤ ਹੀ ਹਨੇਰਾ ਵੀ ਹੋ ਚੁੱਕਿਆ ਸੀ। ਕਹਿੰਦੇ ਨੇ ਕਿ ਉਦੋਂ ਮੌਸਮ ਵੀ ਕਾਫੀ ਖਰਾਬ ਹੋਇਆ, ਹਨੇਰੀ ਝੱਖੜ ਵੀ ਚੱਲਿਆ ਜੀ। ਤੇ ਕੁਦਰਤੀ ਇੱਕ ਸਬੱਬ ਇਹ ਵੀ ਬਣਿਆ ਕਿ ਭਾਈ ਲੱਖੀ ਸ਼ਾਹ ਵਣਜਾਰਾ, ਜਿਹੜਾ ਉਸ ਵੇਲੇ ਦਾ ਸਰਕਾਰੀ ਠੇਕੇਦਾਰ ਸੀ, ਆਪਣੇ ਗੱਡਿਆਂ ਦੇ ਕਾਫਲੇ ਲੈ ਕੇ ਤਾਂ ਸਮਾਨ ਜਿਹੜਾ ਇੱਧਰ ਉੱਧਰ ਢੋਆ ਢਵਾਈ ਕਰਦਾ ਸੀ, ਉਹਦੇ ਨਾਲ ਰਾਬਤਾ ਕੀਤਾ, ਉਹਨੂੰ ਲਿਆ ਕੇ
ਗੁਰੂ ਜੀ ਦਾ ਧਾੜ ਭਾਈ ਲਖਣ ਸ਼ਾਹ ਵਣਜਾਰਾ ਜਿਹੜਾ ਉਹ ਚੁੱਕ ਕੇ ਆਪਣੇ ਘਰ ਲੈ ਗਿਆ। ਭਾਈ ਜੇਤਾ ਜੀ ਨੇ ਚੁਸਤੀ ਫੁਰਤੀ ਦੇ ਨਾਲ ਸੀਸ ਚੁੱਕਿਆ ਤੇ ਪੈਦਲ ਚੱਲਦਾ ਕਈ ਦਿਨਾਂ ਦੇ ਬਾਅਦ ਆਨੰਦਪੁਰ ਦੀ ਧਰਤੀ ਦੇ ਉੱਤੇ ਪਹੁੰਚਿਆ ਤੇ ਗੁਰੂ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਹੈ ਉਹ ਆਨੰਦਪੁਰ ਦੀ ਧਰਤੀ ਦੇ ਉੱਤੇ ਕੀਤਾ ਗਿਆ। ਗੁਰੂ ਜੀ ਦੇ ਧੜ ਦਾ ਸੰਸਕਾਰ ਜਿਹੜਾ ਉਹ ਦਿੱਲੀ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ ਨੂੰ ਅੱਗ ਲਾ ਕੇ ਤੇ ਫੇਰ ਕੀਤਾ ਜੀ। ਇਹ ਹੈ ਇੱਕ ਅਦੁੱਤੀ ਸ਼ਹਾਦਤ ਜਿਹੜੀ ਕਿਸੇ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਜਾਂ ਇੱਕ ਮਿਸਾਲ ਪੈਦਾ ਕਰਨ ਵਾਸਤੇ ਕਿ ਧਰਮ ਤਬਦੀਲੀ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਵਾਹ ਜੀ। ਅੱਜ ਵੀ ਸਾਨੂੰ ਇਸ ਗੱਲ ਤੇ ਸਬਕ ਲੈਣਾ ਚਾਹੀਦਾ ਜੀ। ਅੱਜ ਵੀ ਇਸ ਗੱਲ ਤੋਂ ਸਾਨੂੰ ਸਬਕ ਲੈਣਾ ਚਾਹੀਦਾ, ਖਾਸ ਕਰਕੇ ਜਿਸ ਧਰਮ ਵਾਸਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ, ਜੇ ਉਹ ਧਰਮ ਏਦਾਂ ਦੀਆਂ ਗੱਲਾਂ ਕਰਨ ਤਬਦੀਲੀ ਦੀਆਂ ਤੇ ਗੱਲ ਬਹੁਤ ਹੀ ਚੰਗੀ ਨਹੀਂ ਲੱਗਦੀ। ਇਹ ਤੇ ਇੱਕ ਨਾ ਸ਼ੁਕਰਾਪਨ ਹੈ। ਜੀ ਬਿਲਕੁਲ ਜੀ। ਵਿਚਾਰ ਸਾਂਝੇ ਕੀਤੇ ਨੇ ਉਹ ਸੁਣਨਯੋਗ ਨੇ, ਸਮਝਣਯੋਗ ਨੇ ਤੇ ਵਿਚਾਰਨਯੋਗ ਵੀ ਨੇ। ਸਮਾਂ ਕਾਫੀ ਹੋ ਚੁੱਕਾ ਆ ਤੇ ਇਹ ਚਰਚਾ ਜਿਹੜੀ ਆ ਇੱਥੇ ਹੁਣ ਆਪਾਂ ਬਹੁਤ ਜਲਦ ਸਮਾਪਤ ਕਰਾਂਗੇ। ਸਮਾਪਤੀ ਤੋਂ ਪਹਿਲਾਂ ਮੈਂ ਚਾਹੁੰਦਾ, ਕਿਉਂਕਿ ਤੁਸੀਂ ਗੁਰਮਤਿ ਸਾਹਿਤ ਨਾਲ ਜੁੜੇ ਹੋਏ ਹੋ, ਖੁਦ ਲੇਖਕ ਵੀ ਹੋ, ਕਵੀ ਵੀ ਹੋ, ਤੇ ਮੇਰੀ ਇੱਛਾ ਆ ਕਿ ਤੁਸੀਂ ਆਪਣੀ ਇੱਕ ਨਜ਼ਮ, ਗਜ਼ਲ, ਕੋਈ ਵੀ ਰਚਨਾ ਜਿਹੜੀ ਆ ਉਹ ਸਾਂਝੀ ਕਰੋ ਜੀ। ਜਸਵੀਰ ਜੀ, ਮੈਂ ਜੋ ਲਿਖਦਾ ਜੀ ਉਹ ਬਹੁਤਾ ਤੇ ਸਿੱਖ ਇਤਿਹਾਸ ਦੇ ਉੱਤੇ ਲਿਖਦਾ। ਹਾਂਜੀ। ਕਿਉਂਕਿ ਪੰਥਕ ਸਟੇਜਾਂ ਦੇ ਉੱਪਰ ਹੀ ਅਸੀਂ ਜ਼ਿਆਦਾ ਬੋਲਦੇ ਰਹਿੰਦੇ ਹਾਂ ਜੀ। ਤੇ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਉੱਤੇ ਮੈਂ ਆਪਣੇ ਰਚਨਾਵਾਂ ਲਿਖਦਾ ਰਹਿੰਦਾ ਜੀ। 9ਵੇਂ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਚੰਦ ਕਬੰਧ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਣਾ। ਇਰਸ਼ਾਦ। ਇਹ ਉਦੋਂ ਦਾ ਹੀ ਵਾਕਿਆ ਜਦੋਂ ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਸੀਗਾ ਕਿ ਕਸ਼ਮੀਰ ਦੇ ਵਿੱਚੋਂ ਕੰਮ ਸ਼ੁਰੂ ਕਰ ਦਿਓ, ਇਸਲਾਮ ਧਰਮ ਨੂੰ ਧਾਰਨ ਕਰਾਉਣ ਦਾ, ਹਿੰਦੁਸਤਾਨ ਪੂਰੇ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣਾ। ਉਸ ਵੇਲੇ ਦਾ ਹੀ ਵਾਕਿਆ ਜਿਹੜਾ ਇੱਥੋਂ ਸ਼ੁਰੂ ਕੀਤਾ ਕਿ ਔਰੰਗਜ਼ੇਬ ਦਾ ਹੁਕਮ ਇੱਕ ਆਇਆ ਡਾਢਾ ਕਿ ਮੰਦਰ ਹਿੰਦੂਆਂ ਦੇ ਸਾਰੇ ਢਾਹ ਦੇਵੋ, ਕਰ ਸਕਣ ਨਾ ਵੇਦ ਪੁਰਾਣ ਦੀ ਗੱਲ, ਜਨੇਊ ਇਹਨਾਂ ਦੇ ਗਲਾਂ ਚੋਂ ਲਾਹ ਦੇਵੋ, ਮਾਲੀ ਹਾਲਤ ਵੀ ਕਰੋ ਕਮਜ਼ੋਰ ਇਦਾਂ ਦੀ, ਬੋਝ ਟੈਕਸ ਦਾ ਹੋਰ ਵਧਾ ਦੇਵੋ, ਬੱਚੇ ਲੈਣ ਨਾ ਅੱਗੋਂ ਤਲੀਮ ਕੋਈ, ਵਿਦਿਆਲੇ ਇਹਨਾਂ ਦੇ ਬੰਦ ਕਰਵਾ ਦੇਵੋ, ਧਰਮ ਇਹਨਾਂ ਦਾ ਸਾਰਾ ਭ੍ਰਿਸ਼ਟ ਕਰਕੇ, ਮਾਸ ਗਊ ਦਾ ਮੂੰਹ ਨੂੰ ਲਾ ਦੇਵੋ, ਪੂਰਾ ਦੇਸ਼ ਇਸਲਾਮ ਨੂੰ ਕਰੇ ਧਾਰਨ, ਕੰਮ ਕਸ਼ਮੀਰ ਤੋਂ ਸ਼ੁਰੂ ਕਰਵਾ ਦੇ। ਵਾਹ ਜੀ, ਬਹੁਤ ਖੂਬ। ਪੂਰਾ ਦੇਸ਼ ਇਸਲਾਮ ਨੂੰ ਕਰੇ ਧਾਰਨ, ਕੰਮ ਕਸ਼ਮੀਰ ਤੋਂ ਸ਼ੁਰੂ ਕਰਵਾ ਦੇਵੋ ਜੀ। ਵਿੱਚ ਕਸ਼ਮੀਰ ਦੇ ਰਹਿੰਦੇ ਵਿਦਵਾਨ ਪੰਡਿਤ ਸਾਰੇ ਜ਼ੁਲਮ ਔਰੰਗੇ ਦਾ ਸਹਿਣ ਲੱਗੇ, ਸੂਬੇਦਾਰ ਕਸ਼ਮੀਰ ਇਫਤਖਾਰ ਖਾਂ ਦੇ ਜ਼ੁਲਮ ਹਿੰਦੂਆਂ ਤੇ ਕਹਿਰੀ ਢਹਿਣ ਲੱਗੇ, ਹਾਹਾਕਾਰ ਮੱਚੀ ਧਰਤੀ ਕਸ਼ਮੀਰ ਦੀ ਤੇ ਵਿੱਚ ਘੁੱਟਣ ਦੇ ਲੋਕ ਸੀ ਰਹਿਣ ਲੱਗੇ, ਥਾਂ ਥਾਂ ਤੇ ਜਾ ਕੇ ਮੱਥਾ ਹੀ ਟੇਕਦੇ ਨੇ, ਦੇਵੀ ਦੇਵਤਿਆਂ ਦੇ ਤਰਲੇ ਲੈਣ ਲੱਗੇ, ਜਦੋਂ ਵੇਖਿਆ ਕੋਈ ਨਹੀਂ ਗੱਲ ਬਣਦੀ, 9ਵੇਂ ਪਾਤਸ਼ਾਹ ਨੂੰ ਆ ਕੇ ਕਹਿਣ ਲੱਗੇ, ਦੀਨ ਦਿਆਲ ਦੀਨ ਦੀ ਕਰੋ ਰੱਖਿਆ, ਸਾਡੇ ਗਲੋਂ ਜਨੇਊ ਨੇ ਲੈਣ ਲੱਗੇ। ਵਾਹ ਜੀ ਵਾਹ। ਸੁਣ ਕੇ ਦਰਦ ਕਸ਼ਮੀਰ ਦੇ ਪੰਡਤਾਂ ਦਾ, 9ਵੇਂ ਪਾਤਸ਼ਾਹ ਡੁੱਬੇ ਵਿਚਾਰ ਅੰਦਰ, ਮਾਤਾ ਗੁਜਰੀ ਨੂੰ ਸੱਦਿਆ ਕੋਲ ਆਪਣੇ, ਕੀਤਾ ਮਸ਼ਵਰਾ ਬੈਠ ਪਰਿਵਾਰ ਅੰਦਰ, ਹੋਵੇ ਕੋਈ ਜੋ ਆਪਾ ਕੁਰਬਾਨ ਕਰਦੇ, ਮਹਾਪੁਰਖ ਆ ਜਿਸ ਸੰਸਾਰ ਅੰਦਰ, 9 ਸਾਲ ਦੇ ਬਾਲ ਗੋਬਿੰਦ ਰਾਏ, ਹੱਸਦੇ ਖੇਡਦੇ ਆਏ ਦਰਬਾਰ ਅੰਦਰ, ਕਿਹਾ ਪਿਤਾ ਜੀ ਆਪ ਹੀ ਬਾਹ ਪਕੜੋ, ਹਨੇਰੀ ਜ਼ੁਲਮ ਦੀ ਤਾਂ ਹੀ ਖਲੋ ਸਕਦੀ, ਜਿਹੜੀ ਇਹਨਾਂ ਲਈ ਅੱਜ ਕੁਰਬਾਨ ਹੋਵੇ, ਮਹਾਨ ਆਤਮਾ ਕੋਈ ਹੋਰ ਨਹੀਂ ਹੋ ਸਕਦੀ। ਵਾਹ ਜੀ। ਜਿਹੜੀ ਇਹਨਾਂ ਲਈ ਅੱਜ ਕੁਰਬਾਨ ਹੋਵੇ, ਮਹਾਨ ਆਤਮਾ ਕੋਈ ਹੋਰ ਨਹੀਂ ਹੋ ਸਕਦੀ। ਇਹਨਾਂ ਆਖ ਕੇ ਦਿੱਲੀ ਵੱਲ ਪਾਏ ਚਾਲੇ, ਨਾਲ ਗੁਰੂ ਦੇ ਮਤੀ ਦਾਸ ਚੱਲੇ, ਭਾਈ ਦਿਆਲਾ ਵੀ ਨਾਲ ਤਿਆਰ ਕੀਤੇ, ਤੀਜੇ ਇਹਨਾਂ ਦੇ ਨਾਲ ਸਤੀ ਦਾਸ ਚੱਲੇ, ਸ਼ਿਕਨ ਚਿਹਰੇ ਉੱਤੇ ਨਹੀਂ ਨਜ਼ਰ ਆਉਂਦੀ, ਦੇਖ ਕੇ ਪਰਿਵਾਰ ਨੂੰ ਪੂਰੀ ਤਰਵਾਸ ਚੱਲੇ, ਦਿਲ ਵਿੱਚ ਦਰਦ ਲੈ ਕੇ ਦਿਲ ਜਾਨੀਆਂ ਦਾ, ਹਿੰਦੂ ਕੌਮ ਲੇਖੇ ਲਾਉਣ ਸਵਾਸ ਚੱਲੇ, ਇਹਨਾਂ ਅੱਖਾਂ ਨੇ ਅੱਜ ਤੱਕ ਤੱਕਿਆ ਹੈ ਕਿ ਕਾਤਲ ਆਪ ਮਕਤੂਲ ਦੇ ਪਾਸ ਚੱਲੇ, ਉਲਟੀ ਗੰਗਾ ਵਹਾ ਦਿੱਤੀ ਪਾਤਸ਼ਾਹ ਨੇ,
ਖੁਦ ਮਕਤੂਲ ਅੱਜ ਕਾਤਲ ਦੇ ਪਾਸ ਚੱਲੇ। ਵਾਹ ਜੀ ਵਾਹ, ਕੀ ਬਾਤ, ਬਹੁਤ ਵਧੀਆ। ਮਤੀ ਦਾਸ ਨਹੀਂ ਝੁਕਿਆ ਜ਼ੁਲਮ ਅੱਗੇ, ਸਰੀਰ ਆਰੇ ਨਾਲ ਉਸ ਦਾ ਪਾੜ ਦਿੱਤਾ। ਸਤੀ ਦਾਸ ਰਿਹਾ ਚੜ੍ਹਦੀ ਕਲਾ ਅੰਦਰ, ਰੂੰ ਬੰਨ ਕੇ ਸਰੀਰ ਭਾਵੇਂ ਸਾੜ ਦਿੱਤਾ। ਮੁਖ ਗੁਰੂ ਵੱਲ ਗੁਰੂ ਪਿਆਰਿਆਂ ਦਾ, ਜਪਜੀ ਮੁਖ ਤੋਂ ਪੂਰਾ ਉਚਾਰ ਦਿੱਤਾ। ਪਾਣੀ ਉਬਲੇ ਦਿਆਲਾ ਨਾ ਗਰਮ ਹੋਵੇ, ਭਾਵੇਂ ਜ਼ਾਲਮਾ ਦੇਗ ਵਿੱਚ ਕਾੜ ਦਿੱਤਾ। ਸਿੱਖ ਗੁਰੂ ਦੇ ਬਚਨ ਨਿਭਾ ਚੱਲੇ, ਜਿਹੜਾ ਕੌਲ ਗੁਰੂ ਨੇ ਕੌਲ ਇਕਰਾਰ ਦਿੱਤਾ। ਤਿੰਨਾਂ ਸਿੱਖਾਂ ਇਸਲਾਮ ਕਬੂਲਿਆ ਨਹੀਂ, ਝੰਡਾ ਸਿੱਖੀ ਦਾ ਉੱਚਾ ਚਾੜ ਦਿੱਤਾ। ਵਾਹ ਜੀ। ਤੇ ਆਖਰੀ ਬੰਦ ਹੈ ਕਿ ਸਾਵੇਂ ਗੁਰੂ ਦੇ ਸਿੱਖ ਸ਼ਹੀਦ ਕੀਤੇ, ਸਾਵੇਂ ਗੁਰੂ ਦੇ ਸਿੱਖ ਸ਼ਹੀਦ ਕੀਤੇ। ਐਪਰ ਗੁਰੂ ਨੌਵਾਂ ਫਿਰ ਵੀ ਡੋਲਿਆ ਨਾ, ਕੂੜ ਨੱਚਿਆ ਚਾਂਦਨੀ ਚੌਂਕ ਅੰਦਰ, ਕਿਸੇ ਸੱਚ ਨੂੰ ਤਰਾਜੂ ਵਿੱਚ ਤੋਲਿਆ ਨਾ। ਮੂਕ ਬਣੇ ਦਰਸ਼ਕ ਕੋਲ ਖੜੇ ਸਾਰੇ, ਸਹਿਮੇ ਹੋਇਆਂ ਚੋਂ ਕੋਈ ਬੋਲਿਆ ਨਾ। ਕੋਲ ਪਿੰਜਰੇ ਚੋਂ ਸੱਚ ਨੂੰ ਕੈਦ ਕੀਤਾ, ਬੂਹਾ ਸੱਚ ਦਾ ਕਿਸੇ ਨੇ ਖੋਲਿਆ ਨਾ। ਕਾਜ਼ੀ ਅਬਦੁਲ ਵਹਾਬ ਦਾ ਸੁਣ ਫਤਵਾ, ਹਰ ਸ਼ਖਸ ਉੱਥੇ ਬੇਜ਼ੁਬਾਨ ਹੋਇਆ। ਜਿਸ ਜੰਜੂ ਨੂੰ ਨਾਨਕ ਨੇ ਪਹਿਨਿਆ ਨਾ, ਉਸੇ ਜੰਜੂ ਲਈ ਗੁਰੂ ਕੁਰਬਾਨ ਹੋਇਆ, ਉਸੇ ਜੰਜੂ ਲਈ ਗੁਰੂ ਕੁਰਬਾਨ ਹੋਇਆ। ਬਹੁਤ ਖੂਬ, ਬਹੁਤ ਬਹੁਤ ਖੂਬ ਜੀ, ਕਮਾਲ। ਪ੍ਰੋਫੈਸਰ ਦਲਬੀਰ ਸਿੰਘ ਰਿਆੜ ਜੀ, ਤੁਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ, ਜੀਵਨ ਤੇ ਉਹਨਾਂ ਦੀ ਫਿਲਾਸਫੀ ਦੇ ਬਾਰੇ ਜੋ ਵਿਚਾਰ ਚਰਚਾ ਕੀਤੀ ਆ, ਉਹ ਬਾਕਮਾਲ ਸੀ। ਮੈਨੂੰ ਤਾਂ ਸੁਣ ਕੇ ਬਹੁਤ ਗਿਆਨ ਵੀ ਹੋਇਆ, ਪ੍ਰਸੰਨਤਾ ਵੀ ਹੋਈ, ਤੇ ਮੈਨੂੰ ਇੱਛਾ ਆ ਕਿ ਸਾਡੇ ਦਰਸ਼ਕ ਇਸ ਇੰਟਰਵਿਊ ਨੂੰ, ਇਸ ਮੁਲਾਕਾਤ ਨੂੰ, ਇਸ ਚਰਚਾ ਨੂੰ ਆਪ ਵੀ ਸੁਣਨ ਤੇ ਹੋਰਨਾਂ ਤੱਕ ਵੀ ਪਹੁੰਚਦੀ ਕਰਨ। ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ। ਆਖਰ ਦੇ ਉੱਤੇ ਆਪਣੇ ਚੰਦ ਬੋਲ ਜਿਹੜੇ ਨੇ ਉਹ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਸਾਹਮਣੇ ਪੇਸ਼ ਕਰੋ ਜੀ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜੋ ਜਸਵੀਰ ਜੀ, ਸਾਡੇ ਬੜੇ ਵੱਡੇ ਭਾਗ ਨੇ ਜੀ, ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਜੀ, ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤੇ ਪਤਾ ਲੱਗਦਾ ਕਿ ਇਹ ਸਿੱਖੀ ਕਮਾਉਣੀ, ਸਿੱਖੀ ਲੈਣੀ ਬੜਾ ਔਖਾ ਹੈ ਜੀ। ਪਰ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਜੀ, ਸਾਨੂੰ ਇਹ ਖਜ਼ਾਨਾ, ਅਨਮੋਲ ਖਜ਼ਾਨਾ ਵਿਰਸੇ ਦੇ ਵਿੱਚ ਮਿਲਿਆ ਜੀ। ਅਸੀਂ ਇਹਦੀ ਕੀਮਤ ਨੂੰ ਜਾਣਦੇ ਨਹੀਂ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਸਿੱਖੀ ਤੋਂ ਟੁੱਟ ਰਹੇ ਆ। ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਆ ਕਿ ਸ਼ਾਇਦ ਪਿਛਲੇ ਸਮਿਆਂ ਦੇ ਵਿੱਚ ਸਿੱਖ ਜਿਹੜੇ ਘੋੜਿਆਂ ਦੇ ਉੱਤੇ ਸੌਂਦੇ, ਕਾਠੀਆਂ ਦੇ ਉੱਤੇ ਸੌਂਦੇ ਰਹੇ, ਰੁੱਖਾਂ ਦੇ ਪੱਤੇ, ਜੜ੍ਹਾਂ, ਤਣੇ ਖਾ ਖਾ ਕੇ ਗੁਜ਼ਾਰਾ ਕਰਦੇ ਰਹੇ, ਪਰ ਸਿੱਖੀ ਦਾ ਝੰਡਾ ਬੁਲੰਦ ਰੱਖਿਆ ਜੀ। ਅੱਜ ਅਸੀਂ ਇੰਨੀਆਂ ਸੁੱਖ ਸਹੂਲਤਾਂ ਮਾਣਦੇ ਹੋਏ, ਵਧੀਆ ਮਹੱਲਾਂ 'ਚ ਰਹਿੰਦੇ, 36 ਪ੍ਰਕਾਰ ਦੇ ਭੋਜਨ ਛਕਦੇ, ਕਾਰਾਂ ਕੋਠੀਆਂ ਦੇ ਵਿੱਚ ਆਪਾਂ ਵਿਚਰਦੇ ਹੋਏ ਇਹ ਸਭ ਕੁਛ ਨੂੰ ਤਿਆਗੀ ਬੈਠੇ ਆ। ਅੱਜ ਲੋੜ ਹੈ ਸਾਨੂੰ ਜਾਣਨ ਦੀ ਕਿ ਸਾਡਾ ਇਹ ਵਿਰਸਾ, ਸਾਨੂੰ ਇਹ ਗੁਰੂ ਸਾਹਿਬਾਂ ਨੇ ਜੋ 239 ਸਾਲ ਦਾ ਸਮਾਂ ਲਾ ਕੇ ਇਹ ਅਮੋਲ ਖਜ਼ਾਨਾ ਬਖਸ਼ਿਆ, ਅਸੀਂ ਇਹਨੂੰ ਜਾਣੀਏ, ਇਹਨੂੰ ਪਹਿਚਾਣੀਏ, ਸਿੱਖੀ ਨਾਲ ਜੁੜੀਏ। 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਸੀ, ਸਿੰਘ ਸਜਾਇਆ ਸੀ, ਔਰ ਅੱਜ ਕਿਤੇ ਵੀ ਦੇਸ਼ ਦੇ ਵਿੱਚ ਬਿਪਤਾ ਬਣੇ ਜੀ, ਹਾਕਮ ਸਰਕਾਰਾਂ ਇਸ ਗੱਲ ਨੂੰ ਜਾਣਨ ਨਾ ਜਾਣਨ, ਪਰ ਸਿੱਖ, ਉਹ ਗੁਰੂ ਦਾ ਸਿੱਖ ਸਭ ਤੋਂ ਪਹਿਲਾਂ ਬਿਪਤਾ ਮਾਰਿਆ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦਾ ਤੇ ਉਹਨਾਂ ਦੀ ਸੇਵਾ ਕਰਦਾ। ਇਹ ਪ੍ਰਤੱਖ ਨੂੰ ਕੋਈ ਪ੍ਰਮਾਣ ਨਹੀਂ ਹੈ, ਕਿਉਂਕਿ ਅਸੀਂ ਅਕਸਰ ਟੀਵੀ ਚੈਨਲਾਂ ਦੇ ਉੱਤੇ ਦੇਖਦੇ ਹਾਂ, ਜਿੰਨੀਆਂ ਵੀ ਆਫਤਾਂ ਆਈਆਂ ਕਰੋਨਾ ਦੇ ਵਿੱਚ ਤੁਸੀਂ ਦੇਖ ਲਿਆ ਜੀ, ਕਿੰਨੀ ਸਿੱਖਾਂ ਦੀ ਨੇ ਗੁਰਦੁਆਰਿਆਂ ਦੇ ਵਿੱਚ ਕਿੰਨੀ ਸੇਵਾ ਕੀਤੀ ਆ। ਸਭ ਤੋਂ ਵੱਡੇ ਦੁਨੀਆ ਦੇ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਰ ਦੇਸ਼ ਦੇ ਵਿੱਚ ਸਿੱਖ ਵਸਣੇ ਚਾਹੀਦੇ ਆ, ਹਰ ਦੇਸ਼ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਗੁਰਦੁਆਰਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਦੇ ਵਿੱਚ ਸੇਵਾ ਦੀ ਭਾਵਨਾ ਸਿੱਖਾਂ ਦੇ ਵਿੱਚ ਹੈ। ਵਾਹ ਜੀ। ਸੋ ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਏਡੇ ਵੱਡੇ ਵਿਰਸੇ ਦੇ ਨਾਲ, ਏਡੇ ਵੱਡੇ ਖਜ਼ਾਨੇ ਨੂੰ ਸਾਂਭਣ ਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ ਜੁੜਨਾ ਚਾਹੀਦਾ।
ਔਰ ਸਾਨੂੰ ਸਾਰਿਆਂ ਨੂੰ ਪ੍ਰਚਾਰਕ ਬਣਨਾ ਚਾਹੀਦਾ ਕਿ ਅਸੀਂ ਸਿੱਖੀ ਨੂੰ ਸਿੱਖੀਏ, ਜਾਣੀਏ ਤੇ ਗਾਂ ਆਪਣੇ ਬੱਚਿਆਂ ਦੇ ਵਿੱਚ ਵੰਡੀਏ। ਵਾਹ ਜੀ। ਮੈਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮਾਫੀ। ਬਹੁਤ ਔਰ ਤਾਂ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਇਹ ਸੁਣਨਾ, ਇਹਨੂੰ ਬੜੇ ਧਿਆਨ ਦੇ ਨਾਲ, ਤੁਹਾਡਾ ਧੰਨਵਾਦ, ਸਰੋਤਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰੇ ਦੋਸਤੋ, ਅੱਜ ਅਸੀਂ ਦਲਵੀਰ ਸਿੰਘ ਰਿਆੜ ਹੁਣਾਂ ਨਾਲ ਮੁਲਾਕਾਤ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸੰਬੰਧੀ। ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ। ਅਸੀਂ ਆਪਣੇ ਇਤਿਹਾਸ ਬਾਰੇ ਜਾਣਾਂਗੇ, ਜਾਣਿਆ ਵੀ ਆ, ਤੇ ਇਸ ਤੋਂ ਬਾਅਦ ਹੁਣ ਬਹੁਤ ਕੁਝ ਪੜ੍ਹਨਾ ਆ, ਬਹੁਤ ਕੁਝ ਹੋਰ ਜਾਣਨਾ ਆ, ਤਾਂ ਕਿ ਆਪਣੀ ਜ਼ਿੰਦਗੀ ਨੂੰ ਇੱਕ ਚੰਗੇ ਰਾਹ ਸਿਰੇ ਵਜੋਂ ਪੇਸ਼ ਕਰ ਸਕੀਏ। ਅਸੀਂ ਵੀ ਜ਼ਿੰਦਗੀ ਨੂੰ ਮਾਣ ਨਾਲ ਜਿਉ ਸਕੀਏ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਤੇ ਆਓ ਹੁਣ ਆਪਣਾ ਮੂਲ ਪਛਾਣੀਏ, ਜ਼ਿੰਦਗੀ ਨਾਲ ਜੁੜੀਏ। ਤੇ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।